मेर कर बसो हर जन प्यारे, सतगुर तुम रे काज सवारे रहो। दोष दोत परमेश्वर मारे, जन की पैज रखी कर तारे। बादशाह शाह सास कर दीने, अमृत नाम महारस पीने। निर्भय होए भजो भगवान, साध संत मिल कीनो दान। शरण परे प्रभु अंतर जानी, नानक ओट पकड़ी प्रभु स्वामी। शरण परे प्रभु अंतर जानी, नानक पकड़ी प्रभु स्वामी। मैं कुकर तेरे द्वारे दा, मैं कुकर तेरे द्वारे दा। ये मोतिया मेरा नाम, कुकर तेरे, मैं कुकर तेरे द्वारे दा। मेरा नाम कुकर तेरे, मैं कुकर तेरे द्वारे दा। वीर कुकर राम को मोतिया मेरा नाम, गले हमारे जेवरी, जहाँ खिंचे तह जाऊं हम कुकर तेरे दरबार। पाँव के आगे बन तुसार, हम कुकर तेरे दरबार दे, पौंक दे बदन पसार के। कुकर तेरे दरबार दे, पौंक दे बदन पसार के। और कलवरी मौसम खराब सी, बड़ी गर्मी सी, जो भादों के कड़ाके मने हम कल भादों का कड़ाका सी, पर संगत भी बड़ी कुर्बानी सी, बड़ी गर्मी के विच उस तरह ही बैठे सी। अज सतगुरु अपनी संगत की संभाल, इंद्र देवते ने हुक्म किया, ठंड वरताती है, बारिश पाती है, गर्मी चकती, ठंड वरत गई है। ये महापुरखों की कृपालता है। संगत की संभाल करते हम आप ही। कितनी सर्दी वरत गई, कितनी गर्मी सी, कितनी छेती ठंड वरत गई है। इहो ही संगत की कृपा है। गुरु अपनी संगत के दुख को सहार नहीं सकता। गुरु नूं संगत प्यारी है, ताही गुरु साहिब संगत की बेनती मानते हैं। परमात्मा अंतरजामी सर्वग है, सर्वशक्तिवान है। वाहिगुरू के भंडारे भरे हुए हैं, पर परमात्मा किसी को दिंदा नहीं। भाई जी कथन करते हैं, भाई गुरदास साहब जी, भरे भंडार दा तार है, साध संगत दा दे दवाया। दाते दे खजाने भरे हुए हैं, किसी को दिंदा नहीं।
ਸੰਗਤ ਜਿਹਨੂੰ ਦਵਾਉਣਾ ਚਾਹੇ ਬੇਨਤੀ ਕਰੇ, ਪਰਮਾਤਮਾ ਨੂੰ ਬੇਨਤੀ ਸੰਗਤ ਦੀ ਮੰਨਣੀ ਪੈਂਦੀ ਹੈ। ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੇ ਕਰਾਇਆ। ਵਾਹਿਗੁਰੂ ਅੰਤਰਜਾਮੀ ਸਭ ਕੁਛ ਕਰਨ ਕਾਰਨ ਵਾਸਤੇ ਸਮਰੱਥ ਹੈ, ਕੁਛ ਕਰਦਾ ਕੋਈ ਨਹੀਂ। ਸੰਗਤ ਬੇਨਤੀ ਕਰੇ ਤਾਂ ਪਰਮਾਤਮਾ ਨੂੰ ਉਹੀ ਕੁਛ ਕਰਨਾ ਪੈਂਦਾ ਹੈ। ਅਤੇ ਵਾਹਿਗੁਰੂ ਗੁਰੂ ਪਰਮੇਸ਼ਰ ਇੱਕ ਰੂਪ ਹੁੰਦੇ ਹਨ। ਗੁਰੂ ਵੀ ਮਹਾਂਪੁਰਖ ਵੀ ਸੰਗਤ ਦੀ ਬੇਨਤੀ ਮੰਨਦੇ ਹਨ। ਤਾਂ ਤੇ ਆਓ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਜਿਸ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਬੈਠੀ ਹੋਈ ਸੰਗਤ ਔਰ ਉਹਨਾਂ ਦੀ ਯਾਦ ਮਨਾਉਂਦੀ ਹੋਈ, ਵਿਛੋੜੇ ਦੇ ਦੁੱਖ ਨੂੰ ਠੰਡ ਪਾਉਂਦੀ ਹੋਈ, ਔਰ ਦਰਿੰਦਰ ਦੇਵਤਾ ਨੇ ਵੀ ਹੁਕਮ ਮੰਨ ਕੇ ਆਪਣੀ ਡਿਊਟੀ ਵਜਾਈ ਹੈ, ਠੰਡ ਕੀਤੀ ਹੈ। ਬੈਠੇ ਆਓ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ, ਇਸੇ ਤਰ੍ਹਾਂ ਹੀ ਥੋੜ੍ਹਾ ਜਿਹਾ ਸਮਾਂ ਹੋਰ ਹਰੀ ਜਸ ਕਰੀਏ, ਬਾਬੇ ਦਾ ਜਸ ਕਰੀਏ, ਜ਼ੁਬਾਨ ਸਫਲੀ ਕਰੀਏ, ਜਿਸ ਵਾਸਤੇ ਪਰਮਾਤਮਾ ਦਾ, ਗੁਰੂ ਦਾ, ਮਹਾਂਪੁਰਖਾਂ ਦਾ ਦੇਣ ਦਿੱਤਾ ਨਹੀਂ ਜਾਂਦਾ। ਵਾਹਿਗੁਰੂ ਨੇ ਕਿਰਪਾ ਕੀਤੀ ਹੈ ਮਨੁੱਖਾਂ ਦੇ ਹੀ ਦਿੱਤੀ ਜੀਵ ਨੂੰ। ਗੁਰੂ ਕਿਰਪਾ ਕਰਦਾ ਹੈ, ਸਾਨੂੰ ਨਾਮ ਦੀ ਦਾਤ ਬਖਸ਼ਦਾ ਹੈ। ਮਹਾਂਪੁਰਖ ਕਿਰਪਾ ਕਰਦੇ ਹਨ, ਸਾਨੂੰ ਭਟਕਦੇ ਹੋਇਆਂ ਗੁਰੂ ਦੇ ਚਰਨੀ ਲਾਉਂਦੇ ਹਨ। ਆਪਣੇ ਆਪ ਸਾਨੂੰ ਕੋਈ ਪਤਾ ਨਹੀਂ ਲੱਗਦਾ ਗੁਰੂ ਦਾ। ਬਹੁਤ ਦੁਨੀਆ ਬਾਣੀ ਪੜ੍ਹਦੀ ਆ, ਬਹੁਤ ਗ੍ਰੰਥੀ ਪਾਠ ਕਰਦੇ ਹਨ, ਪਰ ਬਿਨਾਂ ਮਹਾਂਪੁਰਖ ਦੀ ਸੰਗਤ ਤੋਂ ਬਾਣੀ ਦਾ ਕੋਈ ਗਿਆਨ ਨਹੀਂ, ਕੋਈ ਸਮਝ ਨਹੀਂ, ਕੋਈ ਜੀਵਨ ਵਿੱਚ ਪਲਟਾ ਨਹੀਂ, ਕੋਈ ਤਬਦੀਲੀ ਨਹੀਂ। ਦੇਖਦੇ ਹੀ ਅੱਜ ਕੱਲ੍ਹ ਗ੍ਰੰਥੀਆਂ ਸਿੰਘਾਂ ਦੀ ਹਾਲਤ, ਪਿੰਡਾਂ ਦੇ ਵਿੱਚ ਕਿਵੇਂ ਲੋਕ ਨਿਰਾਦਰ ਕਰਦੇ ਨੇ ਗ੍ਰੰਥੀਆਂ ਦਾ। ਕੁਛ ਗ੍ਰੰਥੀਆਂ ਵਿੱਚ ਵੀ ਤਬਦੀਲੀਆਂ ਆ ਗਈਆਂ। ਗੁਰੂ ਸਾਹਿਬਾਂ ਦਾ ਬਿਲਕੁਲ ਸਤਿਕਾਰ ਨਹੀਂ, ਪਿਆਰ ਨਹੀਂ। ਇਹ ਕਿਉਂ ਸਮਝਦੇ ਹਨ ਜਿਵੇਂ ਸਾਡੀ ਡਿਊਟੀ ਹੁੰਦੀ, ਜਿਵੇਂ ਸਰਕਾਰੀ ਆਦਮੀ ਕੋਈ ਡਿਊਟੀ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਿਆਰ ਸਤਿਕਾਰ ਨਹੀਂ, ਜਿਸ ਕਰਕੇ ਗ੍ਰੰਥੀ ਸਿੰਘਾਂ ਦੀ ਬੜੀ ਨਿਰਾਦਰੀ ਹੁੰਦੀ ਹੈ। ਬੜੇ ਪਾਠ ਕਰਦੇ ਹਨ, ਕਈ ਸੌ ਪਾਠ ਕਰਦੇ ਜ਼ਿੰਦਗੀ ਵਿੱਚ, ਸਹਿਜ ਪਾਠ, ਖੰਡ ਪਾਠ, ਹੋਰ ਪਾਠ, ਪਰ ਜੀਵਨ ਦੇ ਵਿੱਚ ਪਲਟਾ ਕੋਈ ਨਹੀਂ ਆਉਂਦਾ। ਉਹੀ ਕੁਹਾੜੀ ਮਹਾਂ ਕਈ ਜਗ੍ਹਾ 'ਤੇ ਗ੍ਰੰਥੀ ਸਿੰਘਾਂ 'ਤੇ ਬੜੀ ਲੋਕ ਬੇਅਦਬੀ ਕਰਦੇ ਹਨ, ਮੂੰਹ ਕਾਲਾ ਕਰਦੇ ਹਨ, ਹੋਰ ਬਹੁਤ ਕੁਛ ਕਰਦੇ ਆ। ਗ੍ਰੰਥੀ ਦੀ ਡਿਊਟੀ ਬਹੁਤ ਵੱਡੀ ਡਿਊਟੀ ਆ। ਬਾਬੇ ਬੁੱਢੇ ਸਾਹਿਬ ਦੀ ਗੱਦੀ ਹੈ ਗ੍ਰੰਥੀਆਂ ਦੀ। ਸਭ ਤੋਂ ਪਹਿਲਾ ਗ੍ਰੰਥੀ, ਹੈਡ ਗ੍ਰੰਥੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਬਾਬਾ ਬੁੱਢਾ ਜੀ ਸਨ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਮਹਾਰਾਜ ਮੋਹਿ ਨਿਰਗੁਣ ਵਿੱਚ ਥਾਂ ਸੰਤ ਧਰਮਸ਼ਾਲੀਏ। ਮਹਾਰਾਜ ਮੈਨੂੰ ਨਿਰਗੁਣ ਨੂੰ, ਧਰਮਸ਼ਾਲਾ ਵਾਲੇ ਸੰਤ ਕੌਣ ਸੀ? ਬਾਬਾ ਬੁੱਢਾ ਜੀ ਮਹਾਂਪੁਰਖ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗ੍ਰੰਥੀ ਬਾਬੇ ਬੁੱਢੇ ਵਰਗੇ ਮਹਾਂਪੁਰਖ ਦੀ ਸੰਗਤ ਬਖਸ਼ੋ। ਇਹ ਗ੍ਰੰਥੀਆਂ ਦੀ ਜਿਹੜੀ ਗੱਦੀ ਹੈ, ਬਾਬੇ ਬੁੱਢੇ ਦੀ ਗੱਦੀ ਆ। ਇਸੇ ਗੱਦੀ 'ਤੇ ਭਾਈ ਮਨੀ ਸਿੰਘ ਜੀ ਮਹਾਨ ਕਰਨੀ ਵਾਲੇ ਚਕੋਟੀ ਦੇ ਗੁਰਸਿੱਖ ਹੋਏ ਹਨ। ਬੰਦ ਕਟਵਾਇਆ, ਸਿੱਖੀ ਨਹੀਂ ਛੱਡੀ। ਇਹ ਗ੍ਰੰਥੀਆਂ ਦੀ ਗੱਦੀ ਹੈ। ਕਿਸੇ ਸਮੇਂ ਮਸੰਦ ਇੱਕ ਬੜਾ ਉੱਚਾ ਲਫ਼ਜ਼ ਸੀਗਾ, ਪੂਜਨੀਕ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ 22 ਮੰਜੀਆਂ ਬਖਸ਼ੀਆਂ। ਬੀਬੀਆਂ ਨੂੰ 72 ਪੀੜੇ ਬਖਸ਼ੇ। ਤੀਸਰੇ ਪਾਤਸ਼ਾਹ ਨੇ ਮੰਜੀਆਂ ਦੀ ਰਸਮ ਗੁਰੂ ਨਾਨਕ ਤੋਂ ਚੱਲੀ। ਪਟਨੇ ਦੇ ਵਿੱਚ ਸਾਲਸਰਾਏ ਜੌਹਰੀ ਜੋ ਸੀ, ਉਸ ਨੂੰ ਗੱਦੀ ਪਾਤਸ਼ਾਹ ਦਿੱਤੀ, ਮੰਜੀ ਦਿੱਤੀ। ਫਿਰ ਹੁਕਮ ਹੋਇਆ ਆਪਣੀ ਔਲਾਦ ਨੂੰ ਨਾ ਬਿਠਾਈ। ਉਹਦਾ ਅੱਗੇ ਸੇਵਾਦਾਰ ਸੀ, ਨੌਕਰ ਉਹਦਾ। ਗੁਰੂ ਨਾਨਕ ਤੇ ਉਹ ਸ਼ਰਧਾ ਪਹਿਲੇ ਉਸ ਨੂੰ ਹੋਈ। ਮਹਾਰਾਜ ਕਹਿਣ ਲੱਗੇ, ਲੈ ਤੇਰੇ ਪਹਿਲੇ ਅਸੀਂ ਇਸ ਨੂੰ ਦੇਣੀ ਸੀ ਮੰਜੀ, ਪਰ ਸੇਵਕ ਦੇ ਨਾਤੇ ਕਰਕੇ ਪਹਿਲੇ ਤੈਨੂੰ ਦਿਨੇ, ਮਗਰੋਂ ਇਹ ਗੱਦੀ ਦਾ ਮਾਲਕ ਬਣੂਗਾ। ਫਿਰ ਪਾਤਸ਼ਾਹ ਨੇ ਹੋਰ ਟਾਪੂਆਂ ਦੇ ਵਿੱਚ, ਜਿਵੇਂ ਢੰਡਾਵਾਡੀ, ਹੋਰ ਇਲਾਕਿਆਂ ਦੇ ਵਿੱਚ ਪ੍ਰਚਾਰ ਵਾਸਤੇ ਗੁਰਸਿੱਖਾਂ ਦੀ ਡਿਊਟੀ ਲਾਈ, ਮੰਜੀਆਂ ਦਿੱਤੀਆਂ ਪ੍ਰਚਾਰ ਵਾਸਤੇ। ਜਿਨ੍ਹਾਂ ਮੰਜੀਆਂ ਦੇ ਸਿਰ 'ਤੇ ਹੀ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਹੋਇਆ, ਕੋਨੇ-ਕੋਨੇ ਵਿੱਚ ਮੰਜੀਆਂ ਦੇ ਸਿਰ 'ਤੇ। ਕਿਉਂਕਿ ਗੁਰਸਿੱਖ ਹਰ ਦੇਸ਼ ਦੇ ਵਿੱਚ, ਹਰ ਸੂਬੇ ਦੇ ਵਿੱਚ ਬੈਠੇ ਸਨ। ਅਰਬ ਦੇਸ਼ਾਂ ਦੇ ਵਿੱਚ ਵੀ, ਕਾਬਲ ਕੰਧਾਰ ਤੱਕ ਸਿੱਖੀ ਸੀ, ਬਹੁਤ ਸਿੱਖੀ ਦੀ ਇੱਧਰ ਦੀ ਮਸ਼ਹੂਰ। ਬੜੇ ਕੀਮਤੀ ਚੀਜ਼ਾਂ ਗੁਰੂ ਸਾਹਿਬ ਆਤੇ ਭੇਟਾ, ਸੁੰਦਰ ਘੋੜੇ ਅਰਬ ਦੇਸ਼ਾਂ ਵਿੱਚੋਂ ਸੰਗਤਾਂ ਲੈ ਕੇ ਆਉਂਦੀਆਂ। ਉਹ ਮਸੰਦ
ਜਿਨ੍ਹਾਂ ਨੂੰ ਇਲਾਕੇ ਦੇ ਗੁਰੂ ਬਣਾਇਆ ਹੋਇਆ ਸੀ ਪਾਤਸ਼ਾਹ ਨੇ ਪ੍ਰਚਾਰ ਵਾਸਤੇ। ਸੰਗਤਾਂ ਨੂੰ ਇਕੱਠਿਆਂ ਕਰਕੇ ਭੇਟਾ ਲੈ ਕੇ ਆਇਆ ਕਰਦੇ। ਪਰ ਅੱਜ ਕਿਸ ਨੂੰ ਮਸੰਦ ਕਹਿ ਦਿਓ ਨਾ ਗਲ ਪੈ ਜਾਂਦਾ। ਕਿਸੇ ਸਮੇਂ ਮਸੰਦ ਲਫ਼ਜ਼ ਜਿਹੜਾ ਸੀ ਇਹ ਗੁਰੂ ਦਾ ਪਾਸੀ ਮਸਨੰਦ ਨਾਮ ਹੈ ਗੱਦੀ ਦਾ। ਗੱਦੀ ਦੇ ਨੇੜੇ ਬੈਠਣ ਵਾਲਾ ਸੇਵਕ, ਬਹੁਤਾ ਵੱਡਾ ਸੇਵਕ, ਉਹ ਮਸੰਦਾਂ ਦੀ ਗੱਦੀ ਅੱਜ ਇਤਨੀ ਬਦਨਾਮ ਹੋ ਗਈ ਹੈ। ਮਸੰਦ ਲੋਕ ਕਹਿਆਂ ਗਲ ਪੈਂਦੇ ਹਨ। ਅਤੇ ਕਿਸੇ ਸਮੇਂ ਮਸੰਦ ਜਿਹੜੇ ਸੀ ਗੁਰੂ ਦੀ ਪਦਵੀ 'ਤੇ ਸਨ। ਦੁਨੀਆ ਨਮਸਕਾਰਾਂ ਕਰਦੀ ਸੀ। ਪਰ ਗਿਰਾਵਟ ਆਉਂਦੀ ਆਉਂਦੀ ਇਤਨੀ ਗਿਰਾਵਟ ਆ ਗਈ, ਅੱਜ ਮਸੰਦ ਨਾਂ ਲੈਣਾ ਵੀ ਲੋਕ ਬੁਰਾ ਸਮਝਦੇ ਹਨ। ਕਿਸੇ ਨੂੰ ਮਸੰਦ ਕਹਿ ਦਈਏ ਸੜ ਬਲ ਜਾਂਦਾ, ਬੜਾ ਔਖਾ ਹੁੰਦਾ ਹੈ। ਪਰ ਮਸੰਦ ਕੋਈ ਮਾੜਾ ਲਫ਼ਜ਼ ਨਹੀਂ ਸੀ। ਇਸੇ ਤਰ੍ਹਾਂ ਗ੍ਰੰਥੀ ਸਾਹਿਬ ਬੜਾ ਪੂਜਨੀਕ ਸ਼ਬਦ ਹੈ, ਗੁਰੂ ਸਾਹਿਬਾਂ ਦਾ ਵਜ਼ੀਰ ਹੈ। ਪਰ ਹੋ ਸਕਦਾ ਜਿਵੇਂ ਅੱਜ ਸਾਡੀ ਹਾਲਤ ਹੋ ਰਹੀ ਹੈ, ਜਿਵੇਂ ਅੱਜ ਦਾ ਜ਼ਮਾਨਾ ਲੰਘ ਰਿਹਾ ਹੈ, ਲੋਕ ਕਿਸੇ ਸਮੇਂ ਗ੍ਰੰਥੀ ਕਿਹਾ ਕਰਨਗੇ ਜੇ ਕਿਸੇ ਨੂੰ ਗਾਲ ਬੁਰਾ ਲਫ਼ਜ਼ ਕਹਿਣਾ ਹੋਵੇ ਵੀ ਗ੍ਰੰਥੀ ਸਾਹਿਬ। ਕਿਉਂ? ਸਾਡੇ ਚਾਲ ਚੱਲਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਧਾ ਖਤਮ ਹੋ ਚੁੱਕੀ ਹੈ। ਬਹੁਤ ਸਾਰੇ ਗ੍ਰੰਥੀਆਂ ਨੂੰ ਦੇਖ ਕਰਕੇ ਹੀ ਬਹੁਤ ਲੋਕ ਜੀਵਨ ਵਿਗਾੜ ਲੈਂਦੇ ਹਨ। ਲੋਕਾਂ ਨੂੰ ਅਸੀਂ ਤਾਂ ਸ਼ਰਾਬ ਛਡਾਉਂਦੇ ਹਾਂ ਅਤੇ ਕਈ ਗ੍ਰੰਥੀ ਸਿੰਘ ਸ਼ਰਾਬ ਪੀਂਦੇ ਆ। ਉਹ ਫਿਰ ਪਿੰਡਾਂ ਦੇ ਮੁੰਡਿਆਂ ਨੂੰ ਕਹਿੰਦੇ ਕੁਛ ਨਹੀਂ, ਦਾਰੂ ਸਮਝ ਕੇ ਪੀ ਲਈਦੀ ਆ, ਕੁਛ ਨਹੀਂ ਹੁੰਦਾ, ਦਾਰੂ ਸਮਝ ਲਈਦਾ। ਇਹੋ ਜਿਹੇ ਮੁੰਡਿਆਂ ਨੇ ਘੜੇ ਸੁੱਟੇ, ਸ਼ਰਾਬ ਛੱਡਣੀ ਬੰਦ ਕੀਤੀ। ਉਹ ਕਹਿਣ ਲੱਗੇ ਸੁੱਟਣੇ ਕਾਹਨੂੰ, ਸਾਨੂੰ ਦੇ ਦਿੰਦੇ। ਇਹ ਪ੍ਰੇਮੀ ਦੱਸਣ। ਇਹੋ ਜਿਹੀ ਹਾਲਤ ਜਿਨ੍ਹਾਂ ਨੇ ਲੋਕਾਂ ਨੂੰ ਰਸਤਾ ਦੱਸਣਾ ਸੀ, ਗਿਆਨ ਦੇਣਾ ਸੀ ਗੁਰਬਾਣੀ ਦਾ, ਉਹ ਪਿੱਛੇ ਨੂੰ ਜਾ ਚੁੱਕੇ ਹਨ। ਦੁਨੀਆ ਦੇ ਇੱਕ ਮਹਾਂਪੁਰਖ ਹੀ ਸਾਨੂੰ ਅੱਜ ਗਿਆਨ ਦੇ ਰਹੇ ਹਨ, ਚਾਹਣੀ ਦੇ ਰਹੇ ਹਨ ਗੁਰਬਾਣੀ ਦੀ ਸੇਧ ਵਿੱਚ ਤੋਰ ਰਹੇ ਹਨ। ਕਿਉਂ? ਮਹਾਂਪੁਰਖ ਤੋਂ ਬਿਨਾਂ ਜੀਵਨ ਨਹੀਂ ਬਣਦਾ, ਤਬਦੀਲੀ ਨਹੀਂ ਆਉਂਦੀ ਜੀਵਨ ਵਿੱਚ। ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਓ, ਜਿੰਨਾ ਮਰਜ਼ੀ ਨਾਮ ਜਪੀ ਜਾਓ, ਬਾਜੇ ਬਾਜੇ ਗ੍ਰੰਥੀ ਕਹਿਣਗੇ ਜੀ ਮੈਂ ਤਾਂ 100 ਸਹਿਜ ਪਾਠ ਕਰਤਾ, ਇੰਨਾ ਅਖੰਡ ਪਾਠ ਕਰਤਾ, ਅਤੇ ਮਾਂ ਕੋਈ ਜੀਵਨ ਵਿੱਚ ਤਬਦੀਲੀ ਆਈ, ਕਣੀ ਆਈ ਨਾਮ ਦੀ? ਕਹਿਣ ਲੱਗਾ ਨਾ ਜੀ, ਕੋਈ ਪਤਾ ਹੀ ਨਹੀਂ ਸਾਨੂੰ, ਕਦੇ ਮਨ ਟਿਕਿਆ ਹੀ ਨਹੀਂ। ਇੱਕ ਬੜਾ ਸੋਹਣਾ ਪ੍ਰਚਾਰਕ ਹੈ, ਇੱਕ ਬੀਕਾਨੇਰ 'ਚ ਆਉਂਦਾ, ਇੱਥੇ ਸਾਡੇ ਨਾਲ ਹੀ ਰਿਹਾ ਆਪਣਾ ਰਾਗੀ ਸਿੰਘ, ਬੜਾ ਸੋਹਣਾ ਕੀਰਤਨ ਕਰਦਾ, ਬੜਾ ਸੋਹਣਾ ਇਤਿਹਾਸ ਸੁਣਾਉਂਦਾ ਹੈ। ਉਹ ਰੋ ਰੋ ਕੇ ਦੱਸੂਗਾ ਬਾਬਾ ਜੀ, ਕਹਿਣ ਲੱਗਾ ਮੇਰਾ ਮਨ ਬਹੁਤ ਦੁਖੀ ਹੈ, ਬਹੁਤ ਦੁਖੀ ਹੈ। ਕਹਿਣ ਲੱਗਾ ਅਸੀਂ ਲੋਕਾਂ ਨੂੰ ਤਾਂ ਖੁਸ਼ ਜ਼ਰੂਰ ਕਰਦੇ ਹਾਂ, ਪਰ ਸਾਡਾ ਮਨ ਜਿਹੜਾ ਪੱਟ ਦਾਣੇ ਵਾਂਗੂ ਪੁੱਜਦਾ ਰਹਿੰਦਾ ਹੈ। ਮਹਾਂਪੁਰਖ ਤੋਂ ਬਿਨਾਂ ਜੀਵਨ ਨਹੀਂ ਬਦਲਦਾ ਕਦੇ ਵੀ। ਤਾਂ ਤੇ ਉਹ ਮਹਾਂਪੁਰਖ ਦੀ ਸੰਗਤ ਕਰਕੇ ਹੀ, ਇਹ ਡਿਊਟੀ ਹੁੰਦੀ ਨਿਰੰਕਾਰ ਦੀ, ਮਹਾਂਪੁਰਖਾਂ ਦੀ ਡਿਊਟੀ ਹੁੰਦੀ ਹੈ। ਉਹ ਦੁਨੀਆ ਨੂੰ ਸੇਧ ਦਿੰਦੇ ਹਨ। ਗੁਰੂ ਨੇ 10 ਜਾਮੇ ਧਾਰਨ ਕੀਤੇ, ਗੁਰੂ ਨਾਨਕ ਨੇ 10 ਜਾਮੇ, ਅਤੇ 10 ਜਾਮੇ ਗੁਰੂਆਂ ਦੇ ਧਾਰਨ ਕਰਕੇ ਗੁਰਮਤਿ ਦਾ ਪ੍ਰਚਾਰ ਕੀਤਾ। ਉਸ ਤੋਂ ਬਾਅਦ ਗੁਰੂਆਂ ਨੇ ਗੁਰਸਿੱਖਾਂ ਦੀ ਡਿਊਟੀ ਲਾਤੀ। ਸਭ ਤੋਂ ਪਹਿਲੇ ਡਿਊਟੀ ਭਾਈ ਸਾਹਿਬ ਭਾਈ ਦਇਆ ਸਿੰਘ ਦੀ ਲਾਈ, ਦਸਮ ਪਾਤਸ਼ਾਹ ਮਹਾਰਾਜ ਨੇ। ਭਾਈ ਦਇਆ ਸਿੰਘ ਦੀ ਡਿਊਟੀ ਇਹ ਲਾਈ, ਨਾਮ ਜਪਾਉਣਾ ਸੰਗਤ ਨੂੰ ਅਤੇ ਅੰਮ੍ਰਿਤ ਛਕਾਉਣਾ। ਇਹ ਡਿਊਟੀ ਭਾਈ ਸਾਹਿਬ ਭਾਈ ਦਇਆ ਸਿੰਘ ਦੀ ਲਾਈ। ਖੰਡਾ ਬਾਟਾ ਦਸਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਨੂੰ ਫੜਾਇਆ ਸੀ। ਅਤੇ ਸੂਰਜ ਪ੍ਰਕਾਸ਼ ਦੇ ਵਿੱਚ ਕਥਾ ਦੀ ਬੜੀ ਲੰਮੀ ਚੌੜੀ, ਜਦ ਸੰਗਤਾਂ ਨੇ ਬਚਨ ਕੋਈ ਪੁੱਛਣਾ ਗੁਰਮਤਿ ਦਾ ਜਾਂ ਗੂੜ ਬਚਨ ਆਤਮਾ ਦਾ ਗਿਆਨ ਵਿਗਿਆਨ ਬਾਰੇ, ਤਾਂ ਭਾਈ ਦਇਆ ਸਿੰਘ ਨੇ ਸੰਗਤ ਨੂੰ ਬਚਨ ਸੁਣਾਉਣੇ। ਬਹੁਤ ਲੰਮਾ ਚੌੜਾ ਇਤਿਹਾਸ ਹੈ ਗ੍ਰੰਥਾਂ ਦੇ ਵਿੱਚ, ਜੋ ਗਿਆਨ ਭਾਈ ਸਾਹਿਬ ਭਾਈ ਦਇਆ ਸਿੰਘ ਦੇ ਵਿਧਾਨ ਦਾ ਸੁਣਾਇਆ ਸੰਗਤ ਨੂੰ ਕਲਗੀਧਰ ਦੇ ਹੁਕਮ ਅਨੁਸਾਰ। ਬੜੇ ਬੜੇ ਵਿਦਵਾਨ ਦੰਗ ਰਹਿ ਜਾਂਦੇ ਹਨ ਜੋ ਗੁਰਮਤਿ ਦੀ ਕਥਾ, ਵਿਧਾਨ ਦੀ ਕਥਾ, ਆਤਮਾ ਪਰਮਾਤਮਾ ਦੀ ਕਥਾ ਦਾ ਗਿਆਨ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਦਿੱਤਾ ਗੁਰਮਤਿ ਨੂੰ। ਤਾਂ ਤੇ ਆਓ ਇਹ ਸੰਪਰਦਾ ਜਿਹੜੀ ਹੈ ਰਾੜੇ ਸਾਹਿਬ ਦੀ, ਇਹ ਉਹ ਸੰਪਰਦਾ ਭਾਈ ਦਇਆ ਸਿੰਘ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਮਤਿ ਦਾ ਗਿਆਨ ਪਹਿਲੇ ਸ਼ੁਰੂ ਕੀਤਾ ਕਲਗੀਧਰ ਦੇ ਹੁਕਮ ਅਨੁਸਾਰ। ਇਹ ਸੰਪਰਦਾ ਇੱਕ ਹੈ ਜਿਹੜੀ ਕਿਸੇ ਸਿਆਸਤ ਵਿੱਚ ਨਹੀਂ ਆਉਂਦੀ। ਸਿਆਸਤ ਦੀਆਂ ਅੰਧੇਰੀਆਂ ਚੱਲੀਆਂ, ਬੜੇ ਬੜੇ ਝੱਖੜ ਝੂਲੇ, ਜਿੰਨੇ ਮਹਾਂਪੁਰਖ ਸੀ ਸਾਰੇ ਹੀ ਜਿਵੇਂ ਬਾਬਰੋਲੇ ਦੇ ਵਿੱਚ ਘਾਹ ਉੜ ਜਾਂਦਾ, ਮੈਂ ਉੜ ਕੇ ਸਿਆਸਤ ਦੇ ਵਿੱਚ ਜਾ ਵੜੇ।
कोई कांग्रेस वास्ते जा वड़िया कि कोई होर किसी पार्टी में जा वड़िया, कोई होर किसी पार्टी में। बाहरों तो भेख जरूर संतां वाला सी, पर जिहड़ी अंदरली गति सी वो सारी किसी न किसी पार्टी नाल संबंधित रखती सी। जिस समय पंजाब दे विच कोई रौला नहीं सी, कोई गड़बड़ नहीं सी। सन 65-66 की गल आ, महापुरखों दीवान दिल्ली दे विच लगदे बंगला साहिब गुरुद्वारे दे मूहरे डॉक्टर मोगे वाला जो बच्चे की दवाई दिंदा सी, इंदिरा गांधी के बड़े नेड़े सी। हापड़ तो बीबी मलकीत सिंह के घर वाली वह धर्म का भाई बनया सी। संत महाराज के कई बार दर्शन किए, हापड़ आना या दिल्ली जाना, तो उन्हें बेनती करनी महाराज। बीबी इंदिरा गांधी बड़ी बेनती करती है, कहती मैनू अपने गुरु के दर्शन करा, महापुरखों के दर्शन करा, तो हुक्म करो। महाराज चुप कर रहे। फिर महाराज दिल्ली में कोके वाली कोठी रहायश कहने लगा, महाराज बीबी कहती मैं दीवान में आना, तेरे गुरु का दीवान सुनना संतां का महापुरखों का। पहले तो महाराज कदे बोले ही नहीं सी, कहने लगे चंगा डॉक्टर साहब बीबी इंदिरा गांधी की दीवान लगू, फिर साडा तो लगता असीं नहीं आउंदे, असीं नहीं आउंदे किते दीवान दे विच। कहने लगा क्यों महाराज, एक हिंदुस्तान की मुख्यमंत्री ते दुनिया तो लोग तो टाइम ले लैके दर्शन करती है, टाइम नहीं मिलता, वो आके दर्शना वास्ते दीवान में आती है। कहने लगे परे लोका ये दुनिया दी वड़ियाइयां दुनिया दियां, ते हुक्म किया गुरबाणी का दुनिया की वड़ियाई अग्नि छेती जाल। जे कोई गौरमेंट के नाल रल जाता है, इन्ना ही रफला के लाइसेंस बना दूगी, चार तो होर की करूगी, जां होर नाल 2-4 सिपाही दे दू, बॉडीगार्ड दे दूगी। असी कहने लगी उस बादशाह दे सेवादार नौकर, राजन को राजा महाराजन को राजा, ऐसो प्रभ छोड़ दूजो कौन ते आइए। बड़ियां बेनतियां कीतियां पर नहीं मन्ने। कहने लगे ना असी नहीं आना, लै आओ उसनूं। कहने लगा महाराज इत्थे दर्शन करा दिए कैंपे कोला दिन कोठी ना, कहने लगे इत्थे भी ना। इस गल का कहते इन्ना रात नूं तुर पिया शाम नूं जलंधर दे उरले पासे जिथे गड्डी का पुल आ, इत्थे गन्नियां दे विच ओहदी गड्डी वजी, टुट गई सारी, उल्ट गई। महापुरखों की आग्या बिना चले गया, एवं ही टाइम पछड़े। महाराज ने दरवाजा टाइम से खोलना, सारी गड्डी टुट गई। तो उस समय फिर वो जट इकट्ठे हो गए, बलद जिहड़े सीगे वज के हेठां जा डिगे। वो जिहड़ा ड्राइवर सी वो बड़ा चलाक सी, लगे जट कुटन फड़ के उन्होंने। कहन लगा तो दिल्ली के वड्डे अफसर आ, मुख्यमंत्री, तो ये जा रहे काम, जे माड़ी जी इन्होंने गल तुसीं कीती तां कुट तां पुलिस सानूं कुट मार दो सारे पिंडां नूं। वो बड़ा चलाक सी ते सारे लोग डर गए। उस समय फिर होर कोई गड्डी आई, उहदे विच बैठ के फिर दोबारा राड़े साहब आया, आके सारी गलबात दसी महापुरखों नूं। फिर महाराज ने ड्यूटी लाई हजूरा सिंह जी, कहने लगे गड्डी लैके लै जा भाई, यदी गड्डी संवार के लिया। तो मुड़ के उन्हें जाना कि सी भाव इहो जे बेपरवाह महापुरख सन, किसी राजे राणे की किसी सरदार की माया धार की परवाह नहीं सी करते। बेपरवाह साधु जिन्हों गुरबाणी बेपरवाह साधु दसदी आ, बेपरवाह सदा रंग हर के जां को पाक स्वामी। संत ने अवर ना कहूँ जानी, किसी को जानते नहीं। कलगीधर ने विभाजन किया ना, राम रहीम पुराण कुरान अनेक कहे मत एक ना मान्यो। जिन्ने राम रहीम पुराण कुरान शास्त्र हैं बहुत कुछ कहेंगे, पर असी उन्होंने एक भी गल नहीं मानते। अं तो अपने निरंकार का हुक्म मानते। यो महापुरख जो निरंकार का हुक्म मनने वाले, गुरु की बाणी का हुक्म मनने वाले सन, उन्होंने याद दे जुड़े हुए जो बेपरवाह सन। एक एक मिनट जोड़ा लेखे दे विच है जो उन्होंने याद दे जुड़े हुए हैं। तो सारे ही पातशाह कहते इहो जी महापुरखों की संगत विच मिल के हर जस गाया ही जन्म सफला हुंदा है। संगत विच मिल के जी हर के गुण गाल मना तू,
ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਹਰ ਕੇ ਗੁਣ ਗਾ ਲੈ ਮਨਾ ਤੂੰ। ਹਰ ਕੇ ਗੁਣ ਗਾ ਲੈ ਮਨਾ ਤੂੰ। ਹਰ ਕੇ ਗੁਣ ਗਾ ਲੈ ਮਨਾ। ਹਰ ਕੇ ਗੁਣ ਗਾ ਲੈ ਮਨਾ ਤੂੰ। 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 ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਸੰਗਤ ਵਿੱਚ ਮਿਲ ਕੇ ਜੀ ਹਰ ਕੇ ਗੁਣ ਗਾ ਲੈ ਮਨਾ ਤੂੰ। ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰਿ ਨਾਮ ਗਵਾਇਓ। ਸਰਬ ਸੁਖਰ ਹਾਂਜੀ ਸਰਬ ਸੁਖਰ ਨਾਮ ਬੜਾਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰੀ ਰਸ ਕਰਨਾ ਸੰਗਤ ਦੇ ਵਿੱਚ ਮਿਲ ਕੇ ਸੰਤ ਜਨਾਂ ਮਿਲ ਹਰਿ ਜਸ ਗਾਇਓ। ਜੇ ਤੁਸੀਂ ਜਨਮ ਸਫਲਾ ਕਰਨਾ ਤਾਂ ਹਰੀ ਦਾ ਜਸ ਗਾਓ। ਗੁਣ ਗੋਬਿੰਦ ਗਾਇਓ ਨਹੀਂ ਜਨਮਾਂ ਕਾ ਅਰਥ ਕੀਨ। ਜਿੰਨੇ ਗੋਬਿੰਦ ਦੇ ਗੁਣ ਨਹੀਂ ਗਾਏ ਵਾਹਿਗੁਰੂ ਦਾ ਜਸ ਨਹੀਂ ਕੀਤਾ ਉਹਨੇ ਤਾਂ ਜਨਮ ਵੀ ਅਰਥ ਗਵਾ ਲਿਆ। ਮਹਾਰਾਜ ਗਾਈਏ ਕਿਵੇਂ ਕਿਵੇਂ ਵਾਹਿਗੁਰੂ ਦੇ ਗੁਣ ਗਾਈਏ। ਪਾਤਸ਼ਾਹ ਕਹਿਣ ਲੱਗੇ ਫਿਰ ਸੰਤ ਜਨਾਂ ਮਿਲ ਹਰਿ ਜਸ ਗਾਇਓ। ਜੇ ਤੁਸੀਂ ਹਰੀ ਦਾ ਜਸ ਕਰਨਾ ਹੈ ਵਾਹਿਗੁਰੂ ਦੇ ਗੁਣ ਗਾਉਣੇ ਹਨ ਤਾਂ ਸੰਗਤ ਦੇ ਵਿੱਚ ਮਿਲ ਕੇ ਸੰਤਾਂ ਨਾਲ ਮਿਲ ਕਰਕੇ ਕੀ ਲਾਭ ਕੀ ਫਲ। ਕੋਟ ਜਨਮ ਕੇ ਦੁੱਖ ਗਵਾਇਓ। ਕਰੋੜਾਂ ਜਨਮਾਂ ਦੇ ਦੁੱਖਾਂ ਦਾ ਨਾਸ ਹੋ ਜਾਊਗਾ ਕਿਉਂਕਿ ਲੋਕ ਦੁੱਖਾਂ ਦੇ ਵਾਸਤੇ ਸਾਰੇ ਯਤਨ ਕਰਦੇ ਨੇ। ਬੜੇ ਬੜੇ ਪ੍ਰਾਚਿਤ ਯਤਨ ਕਰਦੇ ਨੇ ਕਿ ਅਸੀਂ ਸੁਖੀ ਹੋ ਜਾਈਏ। ਆਤ ਵਿਆਤ ਉਪਾਤ ਇਹ ਤਿੰਨ ਦੁੱਖ ਤੀਨ ਵਿਆਪੇ ਜਤ ਕੋ। ਤਿੰਨ ਦੁੱਖ ਸੰਸਾਰ ਨੂੰ ਚਿੰਬੜੇ ਹੋਏ ਹਨ। ਤਿੰਨ ਕਿਸਮ ਦੀਆਂ ਬਿਮਾਰੀਆਂ ਇਹਦੇ ਵਿੱਚ ਸਾਰੀ ਦੁਨੀਆ ਦੇ ਰੋਗ ਆ ਜਾਂਦੇ ਹਨ। ਜੇ ਤੁਸੀਂ ਸੰਗਤ ਵਿੱਚ ਮਿਲ ਕੇ ਹਰਿ ਜਸ ਗਾਓਗੇ ਕਰੋੜਾਂ ਜਨਮਾਂ ਦੇ ਇੱਕ ਨਹੀਂ ਦੋ ਨਹੀਂ ਕਰੋੜਾਂ ਜਨਮਾਂ ਦੇ ਦੁੱਖ ਨਾਸ ਹੋ ਜਾਣਗੇ ਕਿਉਂਕਿ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਲੱਗੀ ਹੋਈ ਆ ਮਨ ਨੂੰ। ਜਨਮ ਜਨਮ ਕੇ ਇਸ ਮਨ ਕੋ ਮਨ ਲਾਗੀ ਕਾਲਾ ਹੋ ਆਸ਼ਾ ਹੋ ਤਨ ਲਈ ਧੋਤੀ ਉਜਲੀ ਨਾ ਹੋਵੇ ਜੇ ਸੋ ਤੋ ਵਣ ਪਾਹੋ। ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਮਨ ਨੂੰ ਲੱਗੀ ਹੈ। ਪਾਪਾਂ ਦਾ ਫਲ ਹੀ ਦੁੱਖ ਆ। ਉਹ ਪਾਪਾਂ ਦੀ ਨਿਵਰਤੀ ਹੁੰਦੀ ਹੈ ਹਰੀ ਜਸ ਕੀਤਿਆਂ ਵਾਹਿਗੁਰੂ ਦੇ ਗੁਣ ਗਾਇਆ। ਜਿਵੇਂ ਹੜ ਦਾ ਪਾਣੀ ਆਉਂਦਾ ਨਾ
ਸਾਰਾ ਗੰਦਮੰਦ ਰੋੜ ਕੇ ਲੈ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੰਗਤ ਵਿੱਚ ਮਿਲ ਕੇ ਹਰੀ ਜਸ ਕਰਨਾ ਹੈ, ਕੋਈ ਚੂਜੀ ਸੌਦ ਪਾਣੇ ਮਨੋਂ ਹਟਦਾ जाला। ਸਭ ਜਿੰਨੇ ਪਾਪਾਂ ਦਾ ਗੰਦਮੰਦ ਦਾ ਰੋੜ ਕੇ ਲੈ ਜਾਂਦਾ ਪਰਮਾਤਮਾ ਦਾ ਜਸ ਮਨੋਂ ਹਟਦਾ ਜਲ, ਜਿਵੇਂ ਪਾਣੀ ਤੇਜ਼ ਪਾਣੀ ਰੋੜ ਕੇ ਲੈ ਜਾਂਦਾ ਸਭ ਕੁਛ। ਇਸੇ ਤਰ੍ਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੰਤ ਜਨ ਨਾਮ ਮਿਲ ਹਰਿ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਫਿਰ ਮਹਾਰਾਜ ਹੋਰ ਕੀ ਲਾਭ? ਸਾਹਿਬ ਕਹਿਣ ਲੱਗੇ ਜੋ ਚਾਹੇ ਸੋਈ ਮਨ ਪਾਇਓ। ਸਾਰੀ ਦੁਨੀਆ ਭੱਜੀ ਫਿਰਦੀ ਹੈ ਕੁਝ ਨਾ ਕੁਝ ਮਨ ਦੇ ਵਿੱਚ ਇੱਛਾ ਲੈ ਕੇ। ਕੋਈ ਕੁਛ ਚਾਹੁੰਦਾ, ਕੋਈ ਕੁਛ ਚਾਹੁੰਦਾ ਹੈ, ਪਰ ਇੱਛਾ ਪੂਰੀ ਨਹੀਂ ਹੁੰਦੀ। ਸਾਹਿਬ ਕਹਿਣ ਲੱਗੇ ਜੇ ਤੁਸੀਂ ਸੰਗਤ ਦੇ ਵਿੱਚ ਮਿਲ ਕੇ ਹਰੀ ਦਾ ਜਸ ਗਾਓਗੇ ਨਾ, ਤਾਂ ਫਿਰ ਸਾਰੇ ਮਨ ਦੀਆਂ ਇੱਛਾ ਵੀ ਪੂਰੀਆਂ ਹੋਣਗੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਮਨਾ, ਮੇਰੇ ਜਿਹੜੇ ਤੇ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤਿਆਈਏ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤੈਂ ਉਪਾਦਗਤ ਕੀਨੀ। ਸਿਮਰਨ ਦੀ ਤਾਕਤ ਹੈ, ਸਾਰੀਆਂ ਉਪਾਧੀਆਂ ਨਾਸ ਹੋ ਜਾਂਦੀਆਂ। ਜੈ ਹਰ ਸਿਮਰਨ ਭਇਆ ਤੈਂ ਉਪਾਦਗਤ ਕੀਨੀ, ਵੱਡ ਭਾਗੀ ਹਰ ਜਪਨਾ। ਜਨ ਨਾਨਕ ਕੋ ਗੁਰੂ ਇਹ ਮਾਦੀਨੀ, ਜਪ ਹਰ ਭਵ ਜਲ ਤਰਨਾ। ਗੁਰੂ ਜੀ ਕਹਿਣ ਲੱਗੇ ਸਾਨੂੰ ਤਾਂ ਸਾਡੇ ਗੁਰੂ ਨੇ ਮੱਤ ਦਿੱਤੀ ਆ, ਜੇ ਤੂੰ ਸੰਸਾਰ ਸਾਗਰ ਨੂੰ ਤਰਨਾ ਤਾਂ ਫਿਰ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣ ਗਾ। ਜੋ ਚਾਹਤ ਸੋਈ ਮਨ ਪਾਇਓ। ਜੋ ਮਨ ਦੇ ਵਿੱਚ ਇੱਛਾ ਹੈ, ਜੋ ਵਾਸ਼ਨਾ ਹੈ, ਜੋ ਫੁਰਨਾ ਹੈ, ਸੰਗਤ ਦੇ ਵਿੱਚ ਆ ਕੇ ਹਰੀ ਜਸ ਗਾਇਆ, ਸੰਗਤ ਪੂਰੀ ਕਰ ਦਿੰਦੀ ਹੈ ਮਨ ਦੀ ਇੱਛਾ। ਭਰੇ ਭੰਡਾਰ ਦਾ ਤਾਰ ਹੈ, ਸਾਧ ਸੰਗਤ ਦਾ ਦੇ ਦਵਾਇਆ। ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੇ ਦਵਾਇਆ। ਕਰੇ ਕਰਾਇਆ ਵਾਹਿਗੁਰੂ ਦਾ ਕੀਤਾ ਹੋਇਆ ਸੰਗਤ ਮੋੜ ਦਿੰਦੀ ਹੈ। ਜੇ ਕੋਈ ਐਸੀ ਗੱਲ ਹੋਵੇ ਨਾ, ਮਾੜੇ ਲੇਖ ਅਰਦਾਸ ਬੇਨਤੀ ਕਰੇ ਤਾਂ ਪਾਪ ਬਖਸ਼ ਦਿੰਦੀ ਸੰਗਤ। ਸੰਗਤ ਵਿੱਚ ਤਾਕਤ ਆ ਤੇ ਸੰਗਤ ਦੀ ਬੇਨਤੀ ਵਾਹਿਗੁਰੂ ਮੰਨਦਾ ਹੈ। ਸੰਗਤ ਵਿੱਚ ਆ ਕੇ ਹਰੀ ਜਸ ਕੀਤਿਆਂ ਹੀ ਸੰਸਾਰ ਸਾਗਰ ਤੋਂ ਤਰੀਦਾ ਹੈ, ਮਨ ਦੀ ਇੱਛਾ ਪੂਰੀ ਹੁੰਦੀ ਹੈ। ਜੋ ਚਾਹੇਗਾ ਸੋਈ ਮਨ ਪਾਏਗਾ, ਸਾਧੂਆਂ ਦੀ ਸੰਗਤ ਕਰਕੇ। 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 ਚਾਹੇਗਾ ਸੋਈ ਮਨ ਪਾਏਗਾ, ਸਾਧੂਆਂ ਦੀ ਸੰਗਤ। ਜੋ ਚਾਹੇਗਾ ਸੋਈ ਫਲ ਪਾਏਗਾ, ਸਾਧੂਆਂ ਦੀ ਸੰਗਤ ਕਰਕੇ। ਚਾਹੇਗਾ ਸੋਈ ਮਨ ਪਾਏਗਾ, ਸਾਧੂਆਂ ਦੀ ਸੰਗਤ ਕਰਕੇ। ਚਾਹੇਗਾ ਸੋਈ ਮਨ ਪਾਏਗਾ, ਸਾਧੂਆਂ ਦੀ ਸੰਗਤ ਕਰਕੇ। ਤਿੰਨ ਕਿਸਮ ਦੀ ਵਾਸ਼ਨਾ ਹੈ। ਇੱਕ ਤਾਂ ਲੋਕ ਵਾਸ਼ਨਾ ਹੈ, ਲੋਕ ਵਡਿਆਈ ਕਰਨ ਮੇਰੀ। ਫਿਰ ਸ਼ਾਸਤਰ ਵਾਸ਼ਨਾ, ਮੈਂ ਸਾਰੇ ਸ਼ਾਸਤਰ ਪੜ੍ਹ ਜਾਵਾਂ, ਸਾਰੇ ਗ੍ਰੰਥ ਪੜ੍ਹ ਜਾਵਾਂ, ਕੋਈ ਐਸਾ ਗ੍ਰੰਥ ਨਾ ਹੋਵੇ ਜਿਹਦਾ ਮੈਨੂੰ ਗਿਆਨ ਨਾ ਹੋਵੇ। ਫਿਰ ਇਸੇ ਤਰ੍ਹਾਂ ਦੇਹ ਵਾਸ਼ਨਾ, ਦੇਹ ਅਭਿਮਾਨ। ਇਹ ਵਾਸ਼ਨਾ ਇਹੋ ਜਿਹੀਆਂ ਮਨ ਨੂੰ ਤੰਗ ਕਰਦੀਆਂ ਰਹਿੰਦੀਆਂ ਹਨ। ਇਹਨਾਂ ਨੂੰ ਚਾਰ ਪਦਾਰਥ ਕਹਿੰਦੇ ਹਨ। ਚਾਰ ਪਦਾਰਥ ਇਹਨਾਂ ਵਿੱਚ ਆ ਜਾਂਦੇ ਹਨ। ਚਾਰ ਪਦਾਰਥ ਕੀ? ਧਰਮ, ਅਰਥ, ਕਾਮ ਤੇ ਮੋਖ।
ਧਰਮ ਦੀ ਪ੍ਰਾਪਤੀ ਹੋ ਜਾਣੀ, ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਹੋ ਜਾਣਾ, ਬਾਣੀ ਪੜ੍ਹਨ ਲੱਗ ਜਾਣਾ, ਇਹ ਗੁਰਸਿੱਖੀ ਧਰਮ ਹੈ। ਨਿਯਮ ਬਾਹਰਲੇ ਅਸੂਲ ਅਪਣਾਉਣੇ ਪਹਿਲੇ। ਉਹ ਤਾਂ ਮੰਨਿਆ ਪਾਤਸ਼ਾਹ ਨੇ ਸਗਲ ਧਰਮ ਹੈ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਸਾਰਿਆਂ ਧਰਮਾਂ ਨਾਲੋਂ ਸ੍ਰਿਸ਼ਟ ਧਰਮ ਕੀ ਆ? ਪਰਮਾਤਮਾ ਦਾ ਨਾਮ ਜਪਣਾ। ਇਹਦੋਂ ਵੱਡਾ ਕੋਈ ਧਰਮ ਨਹੀਂ, ਇਹਦੋਂ ਵੱਡਾ ਨਿਰਮਲ ਕੋਈ ਕੰਮ ਨਹੀਂ ਗਾ। ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿੱਖੀ ਧਰਮ ਧਾਰਨ ਕੀ ਨਾਮ ਮਿਲਦਾ ਹੈ, ਨਾਮ ਦੀ ਕਮਾਈ। ਧਰਮ ਅਰਥ ਮਾਇਆ ਵੀ ਮਿਲਦੀ ਹੈ, ਜੋ ਚਾਹੇ ਸੋਈ ਮਨ ਪਾਏ। ਦੁਨੀਆ ਮਾਇਆ ਦੇ ਪਿੱਛੇ ਬਹੁਤੀ ਭਟਕਦੀ ਹੈ ਨਾ। ਮਾਇਆ ਮਨੋਂ ਨਾ ਵਿਸਰੇ, ਮੰਗੇ ਦਮਾਂ ਦਮ, ਦਮੜੇ ਹੀ ਦਮੜੇ, ਦਮ ਦਮ ਦੇ ਨਾਲ ਪੈਸਾ ਹੀ ਪੈਸਾ ਮੰਗਦਾ ਹੈ। ਇਹ ਲੋਕਾਂ ਦੇ ਮਨ ਵਿੱਚ ਵਾਸ਼ਨਾ ਮਨ ਦੀ ਦਿਨ ਰਾਤ ਇਹ ਭੜਕਾਉਂਦੀ ਆ। ਜਿੰਨੇ ਲੋਕ ਆਪਣਾ ਧਰਮ ਗਵਾ ਕੇ ਜਾਂਦੇ ਹਨ ਬਾਹਰ ਨੂੰ, ਸਿਰ ਮੂੰਹ ਮਨਾ ਕੇ, ਕਾਹਦੇ ਵਾਸਤੇ? ਵੀ ਸਾਡੇ ਕੋਲੇ ਬਹੁਤੀ ਮਾਇਆ ਹੋ ਜਾਵੇ। ਇੱਥੇ ਜ਼ਮੀਂਦਾਰਾਂ ਦੇ ਮੁੰਡੇ ਚੰਗੇ ਚੰਗੇ ਕੰਮ ਟਰੈਕਟਰ ਚੱਲਦੇ ਆ, ਜ਼ਮੀਨ ਦਾ ਕੋਈ ਤੋੜਾ ਨਹੀਂ। ਉਹ ਵੀ ਪਤਾ ਨਹੀਂ ਉਹ ਕਿਤਨਾ ਕੁ ਵੱਡਾ ਤ੍ਰਿਸ਼ਨ ਦਾ ਪੇਟ ਆ ਜਿਹੜਾ ਉਹਨਾਂ ਦੀ ਮਾਇਆ ਭਰ ਨਹੀਂ ਰਹੀ। ਸਿੱਖੀ ਤੋਂ ਬੇਮੁਖ ਹੋ ਕੇ, ਸਿਰ ਮੂੰਹ ਮਨਾ ਕੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਰੋਲਦੇ ਫਿਰਦੇ। ਕਈ ਤਾਂ ਸਾਲ ਹੋ ਗਿਆ ਅਮਰੀਕਾ ਵਿੱਚ ਕੈਦ ਆ, ਜੇਲ੍ਹ 'ਚ ਬੈਠੇ ਆ। 3-3 ਲੱਖ ਰੁਪਈਆ ਏਜੰਟਾਂ ਨੂੰ ਦਿੱਤਾ ਹੋਇਆ। ਘਰ ਦੇ ਭੁੱਖੇ ਮਰਦੇ ਆ, ਉਹ ਉਧਰ ਜੇਲ੍ਹਾਂ ਵਿੱਚ ਬੈਠੇ ਹੋਏ। ਆਹ ਹਾਲਤ ਹੋ ਗਈ ਹੈ। ਪਹਿਲੇ ਹੀ ਬੇਮੁਖ ਹੋ ਜਾਂਦੇ ਹਨ ਗੁਰੂ ਤੋਂ। ਪਾਤਸ਼ਾਹ ਕਹਿੰਦੇ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਐ ਮੂਰਖ, ਤੂੰ ਦੀਨ ਧਰਮ ਗਵਾ ਲਿਆ ਦੁਨੀਆ ਮਾਇਆ ਦੇ ਪਿੱਛੇ। ਦੀਨ ਗਵਾਇਆ ਦੁਨੀ ਸੇ, ਦੁਨੀ ਮਾਇਆ ਦੇ ਪਿੱਛੇ। ਪਰ ਇਹਨੇ ਦੁਨੀਆ ਨੇ ਤੇਰੇ ਸਾਥ ਨਹੀਂ ਜਾਣਾ। ਖਾਣੀਆਂ 2 ਰੋਟੀਆਂ ਹੀ ਆ ਤੂੰ ਵੀ, ਚਾਹੇ ਕੋਈ ਲੱਖਾਂ ਪਤੀ ਹੈ ਚਾਹੇ ਕਰੋੜਾਂ ਪਤੀ ਹੈ, ਖਾਣੀਆਂ 2 ਰੋਟੀਆਂ ਹੀ ਆ। ਗਰੀਬ ਆਦਮੀ ਜੀ ਸੁਖਨਾ ਖਾ ਕੇ ਸੌਂ ਜਾਂਦਾ ਸਰਾਣੇ ਬਾਂਹ ਦੇ ਕੇ। ਪਰ ਅੱਜ ਅਮੀਰਾਂ ਵਾਸਤੇ ਤੁਸੀਂ ਦੇਖ ਹੀ ਰਹੇ ਹੋ, ਜੇ ਕਿਸੇ ਕੋਲ 4 ਪੈਸੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਮਾੜਾ ਜਿਹਾ ਕੁੱਤਾ ਵੀ ਖੜਕਾ ਕਰਦੇ ਉੱਠ ਕੇ ਬੈਠ ਜਾਂਦੇ, ਸ਼ਾਇਦ ਪਤਾ ਨਹੀਂ ਕੀ ਹੋ ਗਿਆ, ਕਿਉਂਕਿ ਮੂੰਹ ਬੰਨ ਕੇ ਵੀ ਆ ਜਾਂਦੇ ਆ ਨਾ ਰਾਤ ਨੂੰ। ਅੱਜ ਦੁਨੀਆ ਉਹਨਾਂ ਦੀ ਤਾਂ ਬੜੀ ਧਪਕਾਈ ਹੋਈ ਹੈ। ਨਾ ਪਤਾ ਲੱਗਦਾ ਵੀ ਅਸਲੀ ਹੈ ਕਿ ਨਾ ਪਤਾ ਲੱਗਦਾ ਨਕਲੀ ਆ। ਲੋਕ ਡਰੇ ਹੋਏ ਲਟੇਰੇ ਮੂੰਹ ਬੰਨ ਕੇ ਵੀ ਆ ਜਾਂਦੇ ਆ ਨਾ ਰਾਤ ਨੂੰ। ਅੱਜ ਦੁਨੀਆ ਉਹਨਾਂ ਦੀ ਤਾਂ ਬੜੀ ਧਪਕਾਈ ਹੋਈ ਹੈ। ਨਾ ਪਤਾ ਲੱਗਦਾ ਵੀ ਅਸਲੀ ਹੈ ਕਿ ਨਾ ਪਤਾ ਲੱਗਦਾ ਨਕਲੀ ਆ। ਲੋਕ ਡਰੇ ਹੋਏ ਲਟੇਰੇ ਬਹੁਤ ਅੱਜ ਕੱਲ੍ਹ ਲੁੱਟੀ ਜਾਂਦੇ ਆ। ਪਤਾ ਹੀ ਨਹੀਂ ਲੱਗਦਾ, ਅਸਲੀਆਂ ਦੇ ਭੁਲੇਖੇ ਰਹਿ ਜਾਂਦੇ ਆ ਲੋਕ ਕਿ ਕੋਈ ਚੰਗੇ ਸਿੰਘੀ ਨਾ ਹੋਣ, ਪਰ ਹੁੰਦੇ ਨਕਲੀ ਲੁੱਟ ਸੁੱਟ ਕੇ ਸਾਰਾ ਸਫਾ ਕਰਕੇ ਲੈ ਜਾਂਦੇ ਆ। ਆਹ ਸਿੱਖਾਂ ਦੇ ਭੁਲੇਖੇ ਕਿਉਂ? ਅੱਜ ਲੋਕਾਂ ਦੀ ਨਫ਼ਰਤ ਹੁੰਦੀ ਜਾ ਰਹੀ ਹੈ ਸਿੰਘਾਂ ਤੋਂ। ਕਿਉਂ ਦੁਨੀਆ ਨਫ਼ਰਤ ਕਰ ਰਹੀ ਆ? ਕਿਉਂ ਸਿੰਘਾਂ ਦੇ ਭੇਖ ਦੇ ਵਿੱਚ ਉਹ ਲਟੇਰੇ ਲੋਕ ਲੁੱਟਾਂ ਲੁੱਟ ਸੁੱਟ ਕੇ ਲੈ ਜਾਂਦੇ ਆ। ਆਹ ਪਿੰਡ ਸਾਡੇ ਕੋਲੇ ਖਰੜੇ ਆ, ਇੱਥੇ ਗਰੀਬ ਘਰ ਸੀ ਤੇ ਉਹ ਵਿਚਾਰੀ ਮਾਸਟਰੀ ਲੱਗੀ ਹੋਈ ਆ। ਉਹਨਾਂ ਦੇ ਘਰ ਦੇ ਵਿੱਚੋਂ ਕੋਈ ਕੱਪੜਾ ਲੀੜਾ ਵੀ ਨਹੀਂ ਛੱਡਿਆ। ਬਹੁਤ ਗਰੀਬ, ਕੋਈ ਇੰਨਾ ਅਮੀਰ ਨਹੀਂ ਸੀ, ਚਾਰ ਰੋਟੀ ਦਾ ਗੁਜ਼ਾਰਾ ਕਰਦੇ ਸੀ। 3-4 ਘਰ ਲੁੱਟੇ ਉਹਨਾਂ ਨੇ। ਤਾਂ ਤੇ ਆਹ ਸਾਧ ਸੰਗਤ ਅੱਜ ਕੱਲ੍ਹ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਦੀ ਅਸਲੀਆਂ ਤੋਂ ਵੀ ਨਫ਼ਰਤ ਪੈਦਾ ਹੋ ਗਈ। ਲੋਕ ਬੁਰਾ ਸਮਝਣ ਲੱਗ ਪਏ ਹਨ। ਕਿਤੇ ਲੋਕ ਸਤਿਕਾਰ ਕਰਦੇ ਸੀ, ਮਾਣ ਕਰਦੇ ਸੀ, ਅੰਦਰ ਬੜਾ ਹਿੱਤ ਸੀ, ਪਰ ਇਹਨਾਂ ਗੱਲਾਂ ਤੋਂ ਲੋਕਾਂ ਦੇ ਮਨ ਦੇ ਵਿੱਚ ਬੜੀ ਨਫ਼ਰਤ ਪੈਦਾ ਹੋ ਗਈ ਹੈ। ਇਸੇ ਕਰਕੇ ਹੀ ਲੋਕਾਂ ਦੀ ਬੇਵਿਸ਼ਵਾਸੀ ਹੋਣ ਕਰਕੇ ਹੀ ਬੜੇ ਚੰਗੇ ਚੰਗੇ ਚੋਟੀ ਦੇ ਕਈ ਸਿੰਘ ਬਾਣੀ ਨਿਤਨੇਮੀ ਕਰਨ ਵਾਲੇ ਵੀ ਸ਼ਹੀਦ ਹੋ ਗਏ। ਇਹੋ ਹੀ ਕਾਰਨ ਹੁੰਦਾ ਹੈ ਗਿਰਾਵਟ ਦਾ। ਜਦ ਅੰਤ ਮੱਚ ਜਾਵੇ ਤੇ ਪਬਲਿਕ ਨੂੰ ਦੁੱਖ ਖੜਾ ਹੋ ਜਾਵੇ। ਅੱਜ ਤਾਂ ਜਿਹੜੀ ਪਬਲਿਕ ਆ ਚੱਕੀ ਦੇ ਪੁੜਾਂ 'ਚ ਪੀਸੀ ਹੋਈ ਆ। ਜਿਵੇਂ ਚੱਕੀ ਦੇ ਪੋੜਾ ਦਾਣਿਆਂ ਨੂੰ ਪੀਹ ਦਿੰਦੇ ਨਾ, ਆਟਾ ਬਣਾਉਂਦੇ, ਐਂ ਹਾਲਤ ਆ। ਜੇ ਕੋਈ ਖਾੜੂ ਕਿਸੇ ਦੀ ਰੋਟੀ ਖਾ ਗਿਆ, 1 ਮਹੀਨੇ ਬਾਅਦ ਕੋਈ ਦੱਸਦੇ ਗੁਆਂਢੀ ਫਲਾਣੇ ਦੀ ਰੋਟੀ ਖਾ ਗਿਆ, ਲੈ ਜਾਂਦੇ ਲਮਕਾ ਕੇ ਕੁੱਟ ਕੇ ਹੱਡੀਆਂ ਤੋੜ ਦਿੰਦੇ ਆ, ਪਾਕ ਪਾ ਦਿੰਦੇ ਹੱਡਾਂ 'ਚ 1 ਮਹੀਨੇ ਬਾਅਦ ਵੀ ਉਹਨਾਂ ਨੂੰ ਇਹ ਨਹੀਂ ਪਤਾ ਪਰ ਉਹ ਇਹ ਸਾਰੇ ਪਿੰਡ 'ਚ ਹੀ ਫਿਰਦੇ ਆ, ਕਿਤੇ ਤੇ ਰੋਟੀ ਖਾਂਦੇ। ਅੱਜ ਕੱਲ੍ਹ ਲੋਕ ਪਿੰਡਾਂ 'ਚ ਜਿਹਦਾ ਰੀਸਾਂ ਇੱਕ ਦੂਜੇ ਦੀ ਸ਼ਿਕਾਇਤ ਲਾ ਦਿੰਦੇ ਪੁਲਿਸ ਦੇ ਵਿੱਚ, ਹਾਂਜੀ ਫਲਾਣੇ ਦੇ ਘਰ ਦੇ ਵਿੱਚ ਰੋਟੀ ਖਾ ਗਏ। ਰੋਟੀ ਤਾਂ ਸਾਰਿਆਂ ਦੇ ਘਰਾਂ 'ਚ ਖਾ ਕੇ ਜਾਂਦੇ ਆ, ਪਿੰਡਾਂ ਵਿੱਚ ਕਿਹੜਾ ਘਰ ਨਹੀਂ ਇਹੋ ਜਿਹਾ। ਪਰ ਨਹੀਂ, ਲੋਕ ਆਪਣੀਆਂ ਜਿੱਦਾਂ ਕੱਢਦੇ ਹਨ। ਅੱਜ ਕੱਲ੍ਹ ਇਹੋ ਜਿਹੇ ਸਮੇਂ ਦੀ ਹਾਲਤ ਬਦਲ ਗਈ ਹੈ। ਇੱਕ ਦੂਜੇ ਨੂੰ ਰੋਟੀ ਖਾਂਦੇ ਨੂੰ ਜਰਦੇ ਨਹੀਂ, ਮਨ ਵਿੱਚ ਈਰਖਾ ਆਉਂਦੀ ਆ ਕਿ ਸਾਡਾ ਹੋਰ ਤਾਂ ਕਿਸੇ ਤਰ੍ਹਾਂ ਇਹਨਾਂ 'ਤੇ ਗੁੱਸਾ ਨਹੀਂ ਨਿਕਲਦਾ, ਐਵੇਂ ਹੀ ਕੱਢ ਲਓ ਸਹੀ, ਚੱਲ ਪੁਲਿਸ ਹੱਡ ਤੋੜ ਦੇ ਕੁੱਟ ਕੇ, ਕੁਝ ਪੈਸੇ ਲਾ ਕਰ ਦੇ, ਨੰਗੋ ਭੁੱਖ ਨਾ ਘੋਲਣਗੇ। ਇਹੋ ਜਿਹੀ ਹਾਲਤ ਹੋ ਗਈ ਹੈ। ਪਰ ਅੱਜ ਸੰਗਤ ਤੋਂ ਬਿਨਾਂ
ये दुनिया की खुआरी हो रही है, हर बिसरत सदा खुआरी। पातशाह कहते जो वाहिगुरू भुल जाए, गुरु भुल जाए, उदों खुआरी हुंदी फिर। हर बिसरत सदा खुआरी, खुआरी हुंदी है। फिर दुनिया बहुत दुखी हुंदी है। दुनिया खुआर हो रही है, कोई किवें कोई किवें, बड़ी दुनिया की बुरी हालत है। कोई सुखी नहीं है। अज तक सुखी वही है जिहड़ा रब दे नाल जुड़िया होया। जिवें किल्ली दे नाल दाणे लग के बच रहिंदे, चक्की दे पुड़ां दे विचों किल्ली नाल दाणे लग के साबत रहिंदे आ। अज जिहड़ा गुरबाणी नाल लग गया, गुरु ग्रंथ साहिब महाराज ते पूर्ण भरोसा कर लिया, जिन्हें गुरबाणी का जिन्होंने आसरा है, गुरु के आसरे है, उन्हें नहीं लगती तत्ती हवा, जिथे मर्जी बैठा रहे नतड़क होके। ते बाकी तो अजकल माता धमातड़ भी चक्की फिरदे आ, रफलां चक्की फिरनगे। मह जिथे हिंदुस्तान की फौज लगी सी वो तो बचिया ना, तो तुहाड़ियां दो चार रफलां तुहानूं बचा देणगियां। ये कहंदा बाबा जी तुसीं भी दो चार रखिया करो रफलां वाले। मैं क्यों? कहंदा जी समा खराब आ, तो मह जिहदे हिंदुस्तान दी फौजां लगियां सी वो मर गया। सानू समा की खराब, कहंदा साडे वास्ते सदा ही चंगा है, सानू कोई समा माड़ा नहीं। समा माड़ा उहदे वास्ते ही आ जिहदे विच कोई गल होवे। एवें तो नहीं कोई गल, पुलिस वाले भी एवें नहीं चकदे, कोई खाड़क भी किसी ने एवें नहीं मारते। कोई ना कोई कसूर हुंदी आ, गलती हुंदी, खामी हुंदी आ, वो फिर निकलदी आ, फिर आपे डरदे फिरदे ने। जिहड़ा गुरु दे लग गया, किसी नूं चंगा नहीं कहंदा, माड़ा नहीं कहंदा, अपना कंमकार करदा है, चंगे रस्ते चलदा है, सारे वडियाई करदे उसदे। पिंडां विच भी बहुत सारे लोग वडियाई करदे आ, पुछदे आ कहंदे फलाना माड़ा, कहण लगे नहीं जी उन्हां वर्गा तां कोई सौ ही नहीं। चंगे दी लोग चंगी कोई दुश्मन जरूर कर दे जी लाग डाट होवे। तां ते पातशाह कहंदे मार्ग चलदे उस्तत करे जहान। जिहड़ा कोई चंगे मार्ग चलदा सारी वडियाई दुनिया करदी है, एक नहीं दो नहीं, सारी दुनिया ही करदी है। तां ते संगत विच मिल करके कोट जन्म के दुख गवायो, जो चाह सोई मन पायो, कर किरपा हर नाम दवायो, सर्व सुख हर नाम बढ़ाई। जे सारे ही सुख लैणे आ तां फिर वाहिगुरू दे नाम की वडियाई करो, वाहिगुरू का नाम जपो। सवेरे अंमृत वे उठ के इशनान कर गुरसिख ने सिमरन विच जोड़ना, पहले जपजी साहिब का पाठ करना, फिर अभ्यास करना है। 6 माला मूल मंत्र दियां ये हुक्म है महापुरखों का हर प्रेमी नूं। महापुरख 108 मणके की माला पहले करते रहे रोज, ये पक्की माला कहाउंदी है। 108 मणके की माला 108 बार पाठ करना मूल मंत्र का, पूरी की पूरी माला ही कर देंगे 108 मणके की 108 बार। तो फिर 2 पाठ सुखमनी साहिब के पहले महापुरख दसते कहते 25-25 पाठ असीं सुखमनी साहिब के करते रहे हैं, 51 जपजी साहिब के, ते पूरी माला मूल मंत्र की। अज तो असीं नितनेम तो भी डरते हैं, नितनेम करते 5 बाणियां तो भी, वो तो की करना। असीं लाने सिंघां नूं बाणी पढ़न भी चल 5 बाणियां सुणा दे, 1-2 बाणियां पढ़ के टपूसी मारते हैं, तो 5 बाणियां तो की सुनिया। माला का की करना अभ्यास, क्यों बाणी तो चलते हैं मन मैले। इन्हें ना महापुरख पाठ करते हैं, इतनी दुनिया दूई दे चंद वांगू नमस्कार करती डीकदी, उन्हां दी कमाई इन्नी हुंदी आप गवा के फिर वो वाहिगुरू दे विच मिले हुंदे हन। आप गवाइए तां शह पाइए और किस तरह आप गवाया उन्होंने, इतनी कमाई की थी। बहुत बड़ियां बड़ियां परीक्षा हुई, बड़ियां अंधेरियां चलियां। उस समय कालियां का जोर जब महापुरख आके टक्की विच बैठे, तो काली पूरी बड़ा सी उस समय जिहदे मगर पैंदे सन ते गोडनियां लवांदे। कलेरां वाले महापुरखों से भी काली पग बनाती, संत मस्तूआं वाले ने भी काली नीली पग बनाती उन्होंने। तो संतां ने मगर भी बड़े पैर कहने नीली पग बन्निया करो। महाराज कहन लगे रंग नाल ते साडा कोई दुश्मनी नहीं, नीली होवे चाहे खट्टी होवे चाहे चिट्टी होवे, पर तुहाडे असीं डरदे उठा के नीली नहीं बननी। महापुरखा नीली दस्तार नहीं सजाई। कहने लगे तुहाडे डरे उठा के ये रंग तो सारे ने रहन दे, नीले होया खट्टे होए तुसीं अपना पंथ वधाउंदे हो, ये मतलब सी उन्हां दा। 1700 माट ये कालियां का पहले वड्डा लीडर सी, जिन्ना ये वेले कालियां का जोर सी उन्ना किसी लीडर वेले नहीं। कम्यूनिस्ट भी मानते थे। कहने लगे जी वार्ड कहते तारा सिंह मास्टर ने पाई है ना, कहते वो नहीं मैं भर दिंदा, कहता अपने जेलों इन्नी दुनिया जाती जेलों में, उन्नी किसी लीडर के मगर नहीं गई। पूरी वाले संत वह घट सी,
ਅੰਮ੍ਰਿਤਸਰ ਜਿਹੜਾ ਡੇਰਾ ਬਣਾਇਆ ਉਹਨੇ ਨਹਿਰ ਦੇ ਕਿਨਾਰੇ ਤੇ ਬਾਹਰੇ ਮਹਾਂਪੁਰਖ ਸੱਦੇ। ਸੰਤ ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਤਾਂ ਇਕੱਠਾਂ ਵੱਠਾਂ ਵਿੱਚ ਜਾਂਦੇ ਹੀ ਨਹੀਂ ਸੀ ਹੁੰਦੇ, ਨਾ ਮੇਲਿਆਂ ਤੇ ਜਾਂਦੇ ਨਾ ਕੁੰਭਾਂ ਤੇ ਜਾਂਦੇ, ਉਹ ਨਹੀਂ ਸੀ ਕਦੇ ਵੀ ਮੇਲਿਆਂ ਤੇ ਜਾਂਦੇ। ਹੋਰ ਤਾਂ ਕੀ ਇੰਗਲੈਂਡ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਮਾਇਆ ਦੀਆਂ ਬਣੀਆਂ ਹੋਈਆਂ ਉੱਥੇ ਹਰ ਆਦਮੀ ਦੇ ਮਨ ਨੂੰ ਖਿੱਚਦੀਆਂ ਹਨ। ਧਰਤੀ ਦੇ ਹੇਠਾਂ ਹੀ 3-3 ਸਟੇਸ਼ਨ 4-4 ਸਟੇਸ਼ਨ ਐਸੇ ਸੁੰਦਰ ਗੱਡੀਆਂ ਨਾ ਰਾਤ ਨੂੰ। ਅੱਜ ਦੁਨੀਆ ਉਹਨਾਂ ਦੀ ਤਾਂ ਬੜੀ ਧਮਕਾਈ ਹੋਈ ਆ, ਨਾ ਪਤਾ ਲੱਗਦਾ ਵੀ ਅਸਲੀ ਹੈ ਕਿ ਨਾ ਪਤਾ ਲੱਗਦਾ ਨਕਲੀ ਆ। ਲੋਕ ਡਰੇ ਹੋਏ ਲੁਟੇਰੇ ਬਹੁਤ ਅੱਜ ਕੱਲ੍ਹ ਲੁੱਟੀ ਜਾਂਦੇ ਆ, ਪਤਾ ਹੀ ਨਹੀਂ ਲੱਗਦਾ। ਅਸਲੀਆਂ ਦੇ ਭੁਲੇਖੇ ਰਹਿ ਜਾਂਦੇ ਆ ਲੋਕ ਕਿ ਕੋਈ ਚੰਗੇ ਸੰਗੀ ਨਾ ਹੋਣ, ਪਰ ਹੁੰਦੇ ਨਕਲੀ ਲੁੱਟ ਸੁੱਟ ਕੇ ਸਾਰਾ ਸਫਾ ਕਰਕੇ ਲੈ ਜਾਂਦੇ ਆ। ਆਹ ਸਿੱਖਾਂ ਦੇ ਭੁਲੇਖੇ ਕਿਉਂ ਅੱਜ ਲੋਕਾਂ ਦੀ ਨਫ਼ਰਤ ਹੁੰਦੀ ਜਾ ਰਹੀ ਹੈ ਸਿੰਘਾਂ ਤੋਂ, ਕਿਉਂ ਦੁਨੀਆ ਨਫ਼ਰਤ ਕਰ ਰਹੀ ਆ? ਕਿਉਂ ਸਿੰਘਾਂ ਦੇ ਭੇਖ ਦੇ ਵਿੱਚ ਉਹ ਲੁਟੇਰੇ ਲੋਕ ਲੁੱਟਾਂ ਲੁੱਟ ਸੁੱਟ ਕੇ ਲੈ ਜਾਂਦੇ ਆ। ਆਹ ਪਿੰਡ ਸਾਡੇ ਕੋਲੇ ਖੜੇ ਆ, ਇੱਥੇ ਗਰੀਬ ਘਰ ਸੀ ਤੇ ਉਹ ਵਿਚਾਰੀ ਮਾਟਣੀ ਲੱਗੀ ਹੋਈ ਆ। ਉਹਨਾਂ ਦੇ ਘਰ ਦੇ ਵਿੱਚੋਂ ਕੋਈ ਕੱਪੜਾ ਲੀੜਾ ਵੀ ਨਹੀਂ ਛੱਡਿਆ, ਬਹੁਤ ਗਰੀਬ, ਕੋਈ ਇੰਨਾ ਅਮੀਰ ਨਹੀਂ ਸੀ, ਚਾਰ ਰੋਟੀ ਦਾ ਗੁਜ਼ਾਰਾ ਕਰਦੇ ਸੀ। 3-4 ਘਰ ਲੁੱਟੇ ਉਹਨਾਂ ਨੇ। ਤਾਂ ਤੇ ਆਹ ਸਾਧ ਸੰਗਤ ਅੱਜ ਕੱਲ੍ਹ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਦੀ ਅਸਲੀਆਂ ਤੋਂ ਵੀ ਨਫ਼ਰਤ ਪੈਦਾ ਹੋ ਗਈ। ਲੋਕ ਬੁਰਾ ਸਮਝਣ ਲੱਗ ਪਏ ਹਨ। ਕਿਤੇ ਲੋਕ ਸਤਿਕਾਰ ਕਰਦੇ ਸੀ, ਮਾਣ ਕਰਦੇ ਸੀ, ਅੰਦਰ ਬੜਾ ਹਿੱਤ ਸੀ, ਪਰ ਇਹਨਾਂ ਗੱਲਾਂ ਤੋਂ ਲੋਕਾਂ ਦੇ ਮਨ ਦੇ ਵਿੱਚ ਬੜੀ ਨਫ਼ਰਤ ਪੈਦਾ ਹੋ ਗਈ ਹੈ। ਇਸੇ ਕਰਕੇ ਹੀ ਲੋਕਾਂ ਦੀ ਬੇਵਿਸ਼ਵਾਸੀ ਹੋਣ ਕਰਕੇ ਹੀ ਬੜੇ ਬੜੇ ਚੰਗੇ ਚੰਗੇ ਚੋਟੀ ਦੇ ਕਈ ਸਿੰਘ ਬਾਣੀ ਨਿਤਨੇਮੀ ਕਰਨ ਵਾਲੇ ਵੀ ਸ਼ਹੀਦ ਹੋ ਗਏ। ਇਹੋ ਹੀ ਕਾਰਨ ਹੁੰਦਾ ਹੈ ਗਿਰਾਵਟ ਦਾ। ਜਦ ਅੰਤ ਮੱਚ ਜਾਵੇ ਤੇ ਪਬਲਿਕ ਨੂੰ ਦੁੱਖ ਖੜਾ ਹੋ ਜਾਵੇ। ਅੱਜ ਤਾਂ ਜਿਹੜੀ ਪਬਲਿਕ ਆ ਚੱਕੀ ਦੇ ਪੁੜਾਂ 'ਚ ਪੀਸੀ ਹੋਈ ਆ, ਜਿਵੇਂ ਚੱਕੀ ਦੇ ਪੁੜਾ ਦਾਣਿਆਂ ਨੂੰ ਪੀਹ ਦਿੰਦੇ ਨਾ ਆਟਾ ਬਣਾਉਂਦੇ, ਐਂ ਹਾਲਤ ਆ। ਜੇ ਕੋਈ ਖਾੜੂ ਕਿਸੇ ਦੀ ਰੋਟੀ ਖਾ ਗਿਆ, 1 ਮਹੀਨੇ ਬਾਅਦ ਕੋਈ ਦੱਸਦੇ ਗੁਆਂਢੀ ਫਲਾਣੇ ਦੀ ਰੋਟੀ ਖਾ ਗਿਆ, ਲੈ ਜਾਂਦੇ ਲਮਕਾ ਕੇ ਕੁੱਟ-ਕੁੱਟ ਕੇ ਹੱਡੀਆਂ ਤੋੜ ਦਿੰਦੇ ਆ, ਪਾਕ ਪਾ ਦਿੰਦੇ ਹੱਡਾਂ 'ਚ 1 ਮਹੀਨੇ ਬਾਅਦ ਵੀ ਉਹਨਾਂ ਨੂੰ ਇਹ ਨਹੀਂ ਪਤਾ ਪੜੋਏ ਸਾਰੇ ਪਿੰਡ 'ਚ ਹੀ ਫਿਰਦੇ ਆ, ਕਿਤੇ ਤੇ ਰੋਟੀ ਖਾਂਦੇ। ਅੱਜ ਕੱਲ੍ਹ ਲੋਕ ਪਿੰਡਾਂ 'ਚ ਜਿੱਦਾਂ ਰੀਸਾਂ ਇੱਕ ਦੂਜੇ ਦੀ ਸ਼ਿਕਾਇਤ ਲਾ ਦਿੰਦੇ ਪੁਲਿਸ ਦੇ ਵਿੱਚ, ਹਾਂਜੀ ਫਲਾਣੇ ਦੇ ਘਰ ਦੇ ਵਿੱਚ ਰੋਟੀ ਖਾ ਗਏ। ਰੋਟੀ ਤਾਂ ਸਾਰਿਆਂ ਦੇ ਘਰਾਂ 'ਚ ਖਾ ਕੇ ਜਾਂਦੇ ਆ, ਪਿੰਡਾਂ ਵਿੱਚ ਕਿਹੜਾ ਘਰ ਨਹੀਂ ਇਹੋ ਜਿਹਾ। ਪਰ ਨਹੀਂ, ਲੋਕ ਆਪਣੀ ਜਿੱਦਾਂ ਕੱਢਦੇ ਆ। ਅੱਜ ਕੱਲ੍ਹ ਇਹੋ ਜਿਹੇ ਸਮੇਂ ਦੀ ਹਾਲਤ ਬਦਲ ਗਈ ਹੈ। ਇੱਕ ਦੂਜੇ ਨੂੰ ਰੋਟੀ ਖਾਂਦੇ ਨੂੰ ਜਰਦੇ ਨਹੀਂ, ਮਨ ਵਿੱਚ ਈਰਖਾ ਆਉਂਦੀ ਆ ਵੀ ਸਾਡਾ ਹੋਰ ਤਾਂ ਕਿਸੇ ਤਰ੍ਹਾਂ ਇਹਨਾਂ ਤੇ ਗੁੱਸਾ ਨਹੀਂ ਨਿਕਲਦਾ, ਐਵੇਂ ਹੀ ਕੱਢ ਲਓ ਸਹੀ, ਚੱਲ ਪੁਲਿਸ ਹੱਡ ਤੋੜ ਦੇ ਕੁੱਟ-ਕੁੱਟ ਕੇ, ਕੁਛ ਪੈਸੇ ਲਾ ਕਰ ਦੇ, ਨੰਗਰ ਭੁੱਖ ਨਾ ਘੋਲਣਗੇ। ਇਹੋ ਜਿਹੀ ਹਾਲਤ ਹੋ ਗਈ ਹੈ। ਪਰ ਅੱਜ ਸੰਗਤ ਤੋਂ ਬਿਨਾਂ ਇਹ ਦੁਨੀਆ ਦੀ ਖੁਆਰੀ ਹੋ ਰਹੀ ਹੈ, ਹਰ ਬਿਸਰਤ ਸਦਾ ਖੁਆਰੀ। ਪਾਤਸ਼ਾਹ ਕਹਿੰਦੇ ਜਦੋਂ ਵਾਹਿਗੁਰੂ ਭੁੱਲ ਜਾਵੇ, ਗੁਰੂ ਭੁੱਲ ਜਾਵੇ, ਉਦੋਂ ਖੁਆਰੀ ਹੁੰਦੀ। ਫਿਰ ਹਰ ਬਿਸਰਤ ਸਦਾ ਖੁਆਰੀ ਖੁਆਰੀ ਹੁੰਦੀ ਹੈ। ਫਿਰ ਦੁਨੀਆ ਬਹੁਤ ਦੁਖੀ ਹੁੰਦੀ ਹੈ। ਅੱਜ ਦੁਨੀਆ ਖੁਆਰ ਹੋ ਰਹੀ ਹੈ, ਕੋਈ ਕਿਵੇਂ ਕੋਈ ਕਿਵੇਂ, ਬੜੀ ਦੁਨੀਆ ਦੀ ਬੁਰੀ ਹਾਲਤ ਹੈ। ਕੋਈ ਸੁਖੀ ਨਹੀਂ ਹੈ। ਅੱਜ ਤਾਂ ਸੁਖੀ ਉਹੀ ਆ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ। ਜਿਵੇਂ ਕਿੱਲੀ ਦੇ ਨਾਲ ਦਾਣੇ ਲੱਗ ਕੇ ਬਚ ਰਹਿੰਦੇ ਚੱਕੀ ਦੇ ਪੁੜਾਂ ਦੇ ਵਿੱਚੋਂ, ਕਿੱਲੀ ਨਾਲ ਦਾਣੇ ਲੱਗ ਕੇ ਸਾਬਤ ਰਹਿੰਦੇ ਆ। ਅੱਜ ਜਿਹੜਾ ਗੁਰਬਾਣੀ ਨਾਲ ਲੱਗ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪੂਰਨ ਭਰੋਸਾ ਕਰ ਲਿਆ, ਜਿਹਨੇ ਗੁਰਬਾਣੀ ਦਾ ਜਿਹਨੂੰ ਆਸਰਾ ਹੈ, ਗੁਰੂ ਦੇ ਆਸਰੇ ਹੈ, ਉਹਨੂੰ ਨਹੀਂ ਲੱਗਦੀ ਤੱਤੀ ਹਵਾ, ਜਿੱਥੇ ਮਰਜੀ ਬੈਠਾ ਰਹੇ ਨਤੜਕ ਹੋ ਕੇ। ਤੇ ਬਾਕੀ ਤਾਂ ਅੱਜ ਕੱਲ੍ਹ ਮਾਤਾ ਧਮਾਤੜ ਵੀ ਚੱਕੀ ਫਿਰਦੇ ਆ, ਰਫਲਾਂ ਚੱਕੀ ਫਿਰਨਗੇ। ਮਾ ਜਿੱਥੇ ਹਿੰਦੁਸਤਾਨ ਦੀ ਫੌਜ ਲੱਗੀ ਸੀ ਉਹ ਤਾਂ ਬਚਿਆ ਨਾ, ਤੇ ਤੁਹਾਡੀਆਂ 2-4 ਰਫਲਾਂ ਤੁਹਾਨੂੰ ਬਚਾ ਦੇਣਗੀਆਂ। ਇਹ ਕਹਿੰਦਾ ਬਾਬਾ ਜੀ ਤੁਸੀਂ ਵੀ 2-4 ਰੱਖਿਆ ਕਰੋ ਰਫਲਾਂ ਵਾਲੇ। ਨਾ ਕਿਉਂ? ਕਹਿੰਦਾ ਜੀ ਸਮਾਂ ਖਰਾਬ ਆ, ਤੇ ਮੱਝ ਦੇ ਹਿੰਦੁਸਤਾਨ ਦੀਆਂ ਫੌਜਾਂ ਲੱਗੀਆਂ ਸੀ ਉਹ ਮਰ ਗਿਆ, ਸਾਨੂੰ ਸਮਾਂ ਵੀ ਖਰਾਬ। ਕਹਿੰਦਾ ਸਾਡੇ ਵਾਸਤੇ ਸਦਾ ਹੀ ਚੰਗਾ ਹੈ, ਸਾਨੂੰ ਕੋਈ ਸਮਾਂ ਮਾੜਾ ਨਹੀਂ। ਸਮਾਂ ਮਾੜਾ ਉਹਦੇ ਵਾਸਤੇ ਹੀ ਆ ਜਿਹਦੇ ਵਿੱਚ ਕੋਈ ਗੱਲ ਹੋਵੇ। ਐਵੇਂ ਤਾਂ ਨਹੀਂ ਕੋਈ ਗੱਲ, ਪੁਲਿਸ ਵਾਲੇ ਵੀ ਐਵੇਂ ਨਹੀਂ ਚੱਕਦੇ, ਕੋਈ ਖਾੜਕ ਵੀ ਕਿਸੇ ਨੂੰ ਐਵੇਂ ਨਹੀਂ ਮਾਰਦੇ। ਕੋਈ ਨਾ ਕੋਈ ਕਸੂਰ ਹੁੰਦੀ ਆ, ਗਲਤੀ ਹੁੰਦੀ, ਖਾਮੀ ਹੁੰਦੀ ਆ, ਉਹ ਫਿਰ ਨਿਕਲਦੀ ਆ, ਫਿਰ ਆਪੇ ਡਰਦੇ ਫਿਰਦੇ ਨੇ। ਜਿਹੜਾ ਗੁਰੂ ਦੇ ਲੱਗ ਗਿਆ, ਕਿਸੇ ਨੂੰ ਚੰਗਾ ਨਹੀਂ ਕਹਿੰਦਾ, ਮਾੜਾ ਨਹੀਂ ਕਹਿੰਦਾ, ਆਪਣਾ ਕੰਮਕਾਰ ਕਰਦਾ ਹੈ, ਚੰਗੇ ਰਸਤੇ ਚੱਲਦਾ ਹੈ, ਸਾਰੇ ਵਡਿਆਈ ਕਰਦੇ ਉਸਦੇ। ਪਿੰਡਾਂ ਵਿੱਚ ਵੀ ਬਹੁਤ ਸਾਰੇ ਲੋਕ ਵਡਿਆਈ ਕਰਦੇ ਆ, ਪੁੱਛਦੇ ਆ ਕਹਿੰਦੇ ਫਲਾਣਾ ਮਾੜਾ, ਕਹਿਣ ਲੱਗੇ ਨਹੀਂ ਜੀ ਉਹਨਾਂ ਵਰਗਾ ਤਾਂ ਕੋਈ ਸੌ ਹੀ ਨਹੀਂ। ਚੰਗੇ ਦੀ ਲੋਕ ਚੰਗੀ ਕੋਈ ਦੁਸ਼ਮਣ ਜ਼ਰੂਰ ਕਰਦੇ ਜੀ ਲਾਗ ਡਾਟ ਹੋਵੇ। ਤਾਂ ਤੇ ਪਾਤਸ਼ਾਹ ਕਹਿੰਦਾ ਮਾਰਗ ਚੱਲਦੇ ਉਸਤ ਕਰੇ ਜਹਾਨ। ਜਿਹੜਾ ਕੋਈ ਚੰਗੇ ਮਾਰਗ ਚੱਲਦਾ ਸਾਰੀ ਵਡਿਆਈ ਦੁਨੀਆ ਕਰਦੀ ਹੈ, ਇੱਕ ਨਹੀਂ ਦੋ ਨਹੀਂ, ਸਾਰੀ ਦੁਨੀਆ ਹੀ ਕਰਦੀ ਹੈ। ਤੇ ਉਹ ਸੰਗਤ ਵਿੱਚ ਮਿਲ ਕਰਕੇ
कोट जन्म के दुख गवायो, जो चाह सोई मन पायो, कर कृपा हर नाम दिवायो, सर्व सुख हर नाम बढ़ाई। जे सारे सुख लैने हैं तो फिर वाहिगुरू के नाम की वडियाई करो, वाहिगुरू का नाम जपो। सवेरे अंमृत वे उठ के इशनान कर गुरसिख ने सिमरन में जोड़ना, पहले जपजी साहिब का पाठ करना, फिर अभ्यास करना है 6 माला मूल मंत्र दियां। ये हुक्म है महापुरखों का हर प्रेमी नूं। महापुरख 108 मणके की माला पहले करते रहे रोज, ये पक्की माला कहानी है। 108 मणके की माला 108 बार पाठ करना मूल मंत्र का, पूरी की पूरी माला ही कर देंगे 108 मणके की 108 बार। तो फिर 2 पाठ सुखमनी साहिब के पहले महापुरख दसते कहते 25-25 पाठ असीं सुखमनी साहिब के करते रहे हैं, 50-51 जपजी साहिब के, तो पूरी माला मूल मंत्र की। अज तो असीं नितनेम तो भी दसते हैं, नितनेम करते 5 बाणियां तो भी, वो तो की करना। असीं लाने सिंघां नूं बाणी पढ़न भी चल 5 बाणियां सुणा दे, 1-2 बाणियां पढ़ के टपूसी मारते हैं, तो 5 बाणियां तो की सुनाउणियां। माला का की करना अभ्यास, क्यों बाणी तो चलते हैं मन मैले। इन्हें ना महापुरख पाठ करते हैं, इतनी दुनिया दूई दे चंद वांगू नमस्कार करती डीकती, उन्होंने कमाई इन्नी होंदी आप गवा के फिर वो वाहिगुरू दे विच मिले होंदे हैं। आप गवाइए तां शह पाइए और किस तरह आई, अब आप गवाया उन्होंने, इतनी कमाई की। बहुत बड़ियां बड़ियां परीक्षा हुई, बड़ियां अंधेरियां चलियां। उस समय कालियां का जोर जब महापुरख आके टक्की विच बैठे, तो काली पूरी बात ही उस समय जिदे मगर पैंदे संद गोडनियां लवांदे। कलेरां वाले महापुरखों से भी काली पग बनाती, संत मस्तू वाले ने भी काली नीली पग बनाती उन्होंने। तो संतां ने मगरी बड़े पैर कहने नीली पग बन्निया करो। महाराज कहने लगे रंग नाल ते साडा कोई दुश्मनी नहीं, नीली होवे चाहे खट्टी होवे चाहे चिट्टी होवे, पर तुहाडे असीं डरदे उठा के नीली नहीं बननी। महापुरखा नीली दस्तार नहीं सजाई। कहने लगे तुहाडे डरे उठा के, इसका रंग तो सारे ने रहन दे, नीले होया खट्टे हो, तुसीं अपना पंथ वधाउंदे हो। ये मतलब सी उन्हां दा। 1762 ये कालियां का पहले बड़ा लीडर सी, जिन्ना ये वेले कालियां का जोर सी उन्ना किसी लीडर वेले नहीं। कम्यूनिस्ट भी मानते थे। कहने लगे जी वार्ड कहते तारा सिंह मास्टर ने पाई है ना, कहते वो नहीं मैं भर दिंदा, कहता अपने जेलों इन्नी दुनिया जाती जेलों में, उन्नी किसी लीडर के मगर नहीं गई। धूरी वाले संत वह घट सी, अंबरसर जो डेरा बनाया उन्हें नहर के किनारे से मारे महापुरख सदे। संत महाराज ने बेनती की, महाराज तो कट्ठा वट्ठा में जाते ही नहीं सी होंदे, ना मेलियां ते जाते ना कुंभां ते जाते, वो नहीं सी कदे भी मेलियां ते जाते। होर तां की इंग्लैंड दे विच इहो जिहियां चीज़ां माया दियां बणियां होईयां उत्थे, हर आदमी के मन नूं खिचदियां हन। धरती के हेठां ही 3-3 स्टेशन 4-4 स्टेशन ऐसे सुंदर गड्डी हेठां चलदी है, 300 400 मील हेठां धरती में सारा लंदन शहर जिहड़ा हेठां दे गड्डियां चलदियां। होर बहुत कीमती चीज़ां पईयां, सारी दुनिया ते राज कीता, सारी दुनिया के हीरे होर बड़ी कीमती चीज़ां पईयां, लोग देखण वास्ते जाते हैं। धरती के हेठां तह बना के बनाई हुई जगह, पर संत महाराज ने बड़ा जोर लाया उत्थे दी संगत ने, महाराज कृपा करो दर्शन करो, देखियो चीज़ां बड़ियां मोलक, सारी दुनिया के लोग जाते देखण वास्ते। महाराज जी कहने लगे 5 तत्तां तो बिना है कि ये सारे 5 तत्तां की रचना, आ सारा ही कुछ जो कुछ बाहर देख रहे हो अंदर ही आ। मत विच रतन जवाहर मानक, जे पर गुरु की सिख सुन लवे बाहर कुछ नहीं, मत दे विच ही आ। गए ही नहीं, 2 बार गए नाल दे सारे साथी, अजे तक 6 महीने रहे थे। पहली बार तो असी एक दिन नहीं सी वेला छड्डिया, रोज़ ही जाते, रात में दुआ लगना हुंदा, सवेरे ही निकल जाते, शाम को मुड़ के आउंदे, समुद्रा तक फिरदे। पर वो महापुरख नहीं कुछ लंदन का देखण गए, हैरान सी उत्थे दी संगत। कहण लगे जिन्ने पंजाब के महापुरख आए सारे भजे फिरदे रहे देखण वास्ते, पर नहीं सी कुछ देखते। कहण लगे जिन्हों अंदर कुछ दे पे वो बाहर क्यों पड़ के, बाहर है कि जै जाइए तैं जल पखान, तू रहे हो सब समान, जिथे जावांगे जाला जा पखान पत्थर है, पर मेरा वाहिगुरू दा सारे परिपूर्ण है। आओ महापुरख
ਬੇਪਰਵਾਹ ਜਾਂਦੇ ਨਹੀਂ ਸੀ ਕਿਤੇ ਮੇਲਿਆਂ ਤੇ ਚਲੇ ਤੇ ਬਹੁਤ ਕੁਛ ਉਲਟ ਫੁਲਟ ਬੋਲਿਆ ਸਾਧੂਆਂ ਦੇ, ਸਾਧੂ ਸਮਾਜ ਦੇ, ਪਖੰਡ ਦੱਸਿਆ, ਕਦੇ ਕੁਛ ਦੱਸਿਆ। ਫਿਰ ਉਹ ਆ ਗਿਆ ਰਾੜੇ ਸਾਹਿਬ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ, ਨਾਲ ਹੋਰ ਬਹੁਤ ਸਾਰੇ ਲੀਡਰ ਸਨ ਉਹਦੇ। ਤੇ ਉੱਥੇ ਆ ਕੇ ਬੈਠਾ ਰਿਹਾ, ਬਚਨ ਕੀਤਾ, ਕਹਿਣ ਲੱਗਾ ਜਾ ਸੰਤਾਂ ਨੂੰ ਕਹਿ ਦਿਓ ਤਾਰਾ ਸਿੰਘ ਮਾਸਟਰ ਆਇਆ। ਬੜੀ ਹੁੱਬ ਦੇ ਨਾਲ, ਬੜੇ ਹੌਸਲੇ ਨਾਲ ਕਿ ਸੰਤ, ਕਿਉਂ ਉਸ ਸਮੇਂ ਉਹ ਕਹਿੰਦਾ ਕਹਾਉਂਦਾ ਸਰਕਾਰ ਨਾਲ ਮੱਥਾ ਲੈਂਦਾ ਸੀ, ਸਾਰੇ ਅਕਾਲੀ ਪੰਥ ਪਬਲਿਕ ਉਹਦੇ ਮਗਰ ਸੀ। 3 ਵਾਰ 4 ਵਾਰ ਉਹਨੇ ਬੇਨਤੀ ਕੀਤੀ ਤੇ ਮਹਾਰਾਜ ਕਹਿਣ ਲੱਗੇ ਉਹਨੂੰ ਕਹਿ ਦੇ ਜਾ ਕੇ ਸਾਧ ਨੇ ਦੱਸੇ ਜੱਗ ਵਿੱਚ ਕੋਵਾ, ਸਾਧ ਤਾਂ ਕੋਈ ਹੈ ਨਹੀਂ ਤਾਂ ਤੂੰ ਸਾਧਾਂ ਦੇ ਦਰਵਾਜ਼ੇ ਕਿਉਂ ਖੜਾ, ਜਾ ਭੱਜ ਜਾ, ਸਾਧ ਤਾਂ ਕੋਈ ਹੈ ਹੀ ਨਹੀਂ। ਫਿਰ ਉਹਨੇ ਮਾਫੀ ਮੰਗੀ, ਕਹਿਣ ਲੱਗਾ ਮਹਾਰਾਜ ਮੈਂ ਸਾਰੇ ਸਾਧਾਂ ਵਾਸਤੇ ਥੋੜ੍ਹਾ ਕਿਹਾ, ਜਿਹੜੇ ਪਖੰਡੀ ਫਿਰਦੇ ਮੈਂ ਤਾਂ ਉਹਨਾਂ ਵਾਸਤੇ ਕਿਹਾ, ਤਾਂ ਆਪ ਤਾਂ ਮਹਾਂਪੁਰਖ ਗੁਰੂ ਨਾਨਕ ਦਾ ਅਵਤਾਰ। ਇਹ ਲਫ਼ਜ਼ ਉਹਨੇ ਕਹੇ। ਜਦ ਮਹਾਂਪੁਰਖ ਪਹਿਲੀ ਵਾਰ ਲੰਡਨ ਵਿੱਚ ਗਏ, ਉੱਥੇ ਟੌੜਾ ਤੇ ਕਾਲੀਆਂ ਦਾ ਪ੍ਰਧਾਨ ਆਪਣੇ ਕਾਲੀ ਕਮੇਟੀ ਦਾ, ਸ਼੍ਰੋਮਣੀ ਕਮੇਟੀ ਦਾ, ਦੇਖ ਲਓ ਕਿੰਨੀ ਵਾਰ ਪ੍ਰਧਾਨ ਬਣਿਆ, ਬੜਾ ਚੁਸਤ ਚਲਾਕ ਆਦਮੀ ਆ। ਜੋਗੀ ਹਰਭਜਨ ਸਿੰਘ ਇਹ ਅਮਰੀਕਾ ਤੋਂ ਆਇਆ ਹੋਇਆ ਸੀਗਾ। ਉਹ ਸਿਆਣੇ ਲੋਕ, ਸੰਤ ਮਹਾਰਾਜ ਦਾ ਵਿਦਵਾਨ ਸੀ, ਸੇਠ ਬਿਸ਼ਨਾਮ ਦਾ ਗੁਰਦੁਆਰਾ ਮਹਾਰਾਜਾ ਪਟਿਆਲਾ ਇੱਥੇ ਪੜ੍ਹਿਆ ਸੀ, ਕੋਠੀ ਘਰ ਲੈ ਕੇ, ਉਸੇ ਜਗ੍ਹਾ ਦਾ ਫਿਰ ਗੁਰਦੁਆਰਾ ਬਣਾਤਾ, ਉੱਥੇ ਮਹਾਂਪੁਰਖਾਂ ਦੇ ਦੀਵਾਨ। ਉਸ ਸਮੇਂ ਫਿਰ ਟੌੜਾ ਕਹਿਣ ਲੱਗਾ ਸਾਧ ਸੰਗਤ ਮੈਂ ਅੱਜ ਜੋ ਤੁਹਾਡੇ ਦਰਸ਼ਨ ਕਰਦਾ, ਅੱਜ ਜੋ ਇਸ ਪਦਵੀ ਤੇ ਤੁਸੀਂ ਮੈਨੂੰ ਬਿਠਾਇਆ ਹੈ ਸੰਗਤ ਨੇ, ਇਹ ਰਾੜੇ ਵਾਲੇ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ ਹੈ, ਇਹਨਾਂ ਦੀ ਸੰਗਤ ਦਾ ਫਲ ਹੈ। ਇਹਨਾਂ ਦਾ ਦਰਸ਼ਨ ਕਰਦਾ, ਇਹਨਾਂ ਤੋਂ ਭਜਨ ਪਾਠ ਪੁੱਛਿਆ, ਜੁਗਤੀ ਸਿਮਰਨ ਦੀ, ਤੇ ਅੱਜ ਮੈਂ ਤੁਹਾਡੇ ਦਰਸ਼ਨ ਕਰ ਰਿਹਾ, ਨਹੀਂ ਤਾਂ ਮੇਰੇ ਵਰਗੇ ਨੂੰ ਕੌਣ ਪੁੱਛਦਾ ਹੈ। ਤਾਂ ਤੇ ਆਓ ਸਾਧ ਸੰਗਤ, ਇਹੋ ਜਿਹੇ ਬੇਪਰਵਾਹ ਜੋ ਬੜੇ ਲੀਡਰ, ਬੜੇ ਆਗੂ ਧਰਮਾਂ ਦੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਆਉਂਦੇ, ਪਰ ਕੋਈ ਸਿਆਸਤ ਦੀ ਗੱਲ ਨਹੀਂ, ਬਿਨਾਂ ਭਜਨ ਪਾਠ ਤੋਂ, ਬਿਨਾਂ ਬਾਣੀ ਤੋਂ। ਹਰ ਇੱਕ ਨੂੰ ਬਾਣੀ ਦਾ ਸਿੱਧਾ ਰਸਤਾ ਦੱਸਿਆ, ਭਾਈ ਸਭ ਦੇ ਨਾਲ ਪਿਆਰ ਕਰ, ਕਿਸ ਦਾ ਬੁਰਾ ਨਾ ਸੋਚ। ਗੁਰੂ ਨਾਨਕ ਦਾ ਹੁਕਮ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ। ਸਾਡੇ ਬਾਬੇ ਨੇ ਦੁਨੀਆ ਦਾ ਭਲਾ ਮੰਗਿਆ ਹੈ, ਅਸੀਂ ਕਿਸੇ ਦਾ ਬੁਰਾ ਨਹੀਂ ਸੋਚਣਾ, ਕਿਸੇ ਦਾ ਬੁਰਾ ਨਹੀਂ ਕਰਨਾ, ਹਰ ਇੱਕ ਦਾ ਭਲਾ ਕਰਨਾ ਜਿੱਥੋਂ ਤੱਕ ਹੋ ਸਕੇ। ਤਾਂ ਤੇ ਆਓ ਅਸੀਂ ਉਸ ਗੁਰੂ ਨਾਨਕ ਦੇ ਉਪਾਸ਼ਕ ਹਾਂ, ਉਸ ਮਹਾਂਪੁਰਖ ਦੇ ਉਪਾਸ਼ਕ ਹਾਂ, ਜਿਨ੍ਹਾਂ ਨੇ ਸਾਰੀ ਉਮਰ ਸਰਬੱਤ ਦਾ ਹੀ ਭਲਾ ਮੰਗਿਆ ਹੈ। ਹੋਵੇ ਭਲਾ ਜੀ ਤੇਰੇ ਭਾਣੇ ਸਰ, ਹੋਵੇ ਭਲਾ ਜੀ ਤੇਰੇ ਭਾਣੇ ਸਰਬੱਤ ਦਾ, ਸਰਬੱਤ ਦਾ ਜੀ ਪਾਣੀ ਸਰਬੱਤ ਦਾ ਜੀ ਪਾਣੀ ਸਰਬੱਤ ਦਾ, ਭਲਾ ਜੀ ਤੇਰੇ ਭਾਣੇ, ਹੋਏ ਭਲਾ ਜੀ ਤੇਰੇ ਭਾਣੇ ਸਰਬੱਤ ਦਾ, ਹੋਵੇ ਭਲਾ ਜੀ ਤੇਰੇ ਭਾਣੇ ਸਰਬੱਤ ਦਾ, ਹੋਵੇ ਭਲਾ ਜੀ ਤੇਰੇ ਭਾਣੇ ਸਰਬੱਤ ਦਾ। ਅਈ ਸਰਬੱਤ ਦਾ ਭਲਾ ਮੰਗਣਾ ਹੈ, ਨਾਮ ਜਪਣਾ ਹੈ, ਤੇ ਹੁਕਮ ਹੈ ਨਾਮ ਜਪਣਾ, ਹਉਮੈ ਦਾ ਤਿਆਗ, ਭਾਣੇ ਵਿੱਚ ਰਹਿਣਾ। ਇਹ 3 ਚੀਜ਼ਾਂ ਗੁਰਮਤਿ ਦੀਆਂ ਮੁੱਖ। ਤੇ ਜਦ ਅਸੀਂ 3 ਚੀਜ਼ਾਂ ਕਰਾਂਗੇ, ਨਾਮ ਜਪਾਂਗੇ, ਤਾਂ ਹੀ ਅਸੀਂ ਭਾਣਾ ਮੰਨਾਂਗੇ।
ਭਾਣਾ ਮੰਨਾਂਗੇ ਤਾਂ ਹੀ ਅਸੀਂ ਸਰਬੱਤ ਦਾ ਭਲਾ ਮੰਗਾਂਗੇ। ਜੇ ਅਸੀਂ ਆਪਣਾ ਹੀ ਭਲਾ ਮੰਗਦੇ ਰਹੇ, ਆਪਣੇ ਪਰਿਵਾਰ ਦਾ ਹੀ, ਤਾਂ ਫਿਰ ਅਸੀਂ ਖੁਦਗਰਜ ਹੋਏ। ਸਰਬੱਤ ਦਾ ਭਲਾ ਮੰਗਣਾ ਹੈ। ਅਸੀਂ ਪਖੰਡ ਦੇ ਪੁਜਾਰੀ ਨਹੀਂ ਬਣਨਾ। ਪਖੰਡ ਦੇ ਆ ਤੁਸੀਂ ਦੇਖਿਆ ਹੀ ਸੀ ਕਿਵੇਂ ਵਹੀਰਾਂ ਪਈਆਂ ਸੀ, ਮਾੜੀ ਜੀ ਕਿਸੇ ਪਾਸੇ ਪਖੰਡ ਦੀ ਗੱਲ ਅਸੀਂ ਬਥੇਰਾ ਸਮਝਾਉਂਦੇ ਹੋ, ਭਲੇ ਲੋਕੋ ਮਾ ਅਸੀਂ ਫਿਰ ਪ੍ਰਚਾਰ ਕਰਨਾ ਛੱਡ ਦਾਂਗੇ। ਮਾਂ ਕਲਗੀਧਰ ਸਾਡੇ ਤੇ ਨਾਰਾਜ਼ ਆ। ਇੰਨੇ ਗੁਰੂ ਘਰ ਦੇ ਮਹਾਂਪੁਰਖ ਹੋਏ, ਬੜੀਆਂ ਬੜੀਆਂ ਕਰਨੀਆਂ ਵਾਲੇ, ਕਿਸੇ ਨੇ ਕਲਗੀਧਰ ਨੇ ਦਰਸ਼ਨ ਨਹੀਂ ਦਿੱਤੇ, ਕਿਸੇ 6ਵੇਂ ਪਾਤਸ਼ਾਹ ਨੇ ਦਰਸ਼ਨ ਦਿੱਤੇ। ਮਾਂ ਅਸੀਂ ਤਾਂ ਫਿਰ ਛੱਡ ਦਾਂਗੇ ਪ੍ਰਚਾਰ ਕਰਨਾ ਹੀ। ਮਾਈਆਂ ਨੂੰ ਹੀ ਦਰਸ਼ਨ ਹੋਣ ਲੱਗ ਪਏ ਕਲਗੀਧਰ ਦੇ, ਵੀ ਸਾਨੂੰ ਤਾਂ ਕਦੇ ਹੋਏ ਨਹੀਂ। ਲੱਤਾਂ ਘਸ ਗਈਆਂ, ਵਿੰਗੀਆਂ ਹੋਈਆਂ ਪਈਆਂ ਬੈਠ ਬੈਠ ਕੇ, ਤੇ ਕਦੇ ਦਰਸ਼ਨ ਨਹੀਂ ਹੋਏ ਸਾਨੂੰ। ਵੱਡੇ ਮਹਾਂਪੁਰਖਾਂ ਨੇ ਇੰਨਾ ਤਪ ਕੀਤਾ। ਰਾੜੇ ਵਾਲੇ ਗਿਆਨ ਸਿੰਘ ਦਾ ਟਿੱਬਾ ਸੀ, ਇੱਥੇ ਤੇ ਪਹਿਰੇ ਜਾ ਕੇ ਪੱਤੇ ਰੇਤੇ ਤੇ ਬੈਠਿਆ ਕਰਦੇ ਵੀ ਰੱਬ ਮਿਲ ਜਾਏ। ਕਲਗੀਧਰ ਦਰਸ਼ਨ ਹੋਣਾ, ਪਰ ਹੋਏ ਨਹੀਂ, ਪਤਾ ਨਹੀਂ ਕਿਦੋਂ ਜਾ ਵੜਿਆ। ਪਰ ਹੈਰਾਨੀ ਦੀ ਗੱਲ, ਪਤਾ ਨਹੀਂ ਲੋਕਾਂ ਨੂੰ ਵਿਸ਼ਵਾਸ ਕਿਵੇਂ ਆ ਜਾਂਦਾ ਪਖੰਡ ਤੇ, ਕਿਵੇਂ ਲੋਕ ਭਰੋਸਾ ਕਰ ਲੈਂਦੇ ਹਨ। ਲੋਕ ਪਖੰਡ ਦੇ ਪੁਜਾਰੀ ਆ, ਕਿਉਂ? ਨਾਮ ਤੋਂ ਦੂਰ ਹੈ, ਲੋਕਾਂ ਦੇ ਮਨ ਨਹੀਂ ਟਿਕਾ ਦੇ ਵਿੱਚ। ਤੇ ਮੈਂ ਉਦੋਂ ਲੋਕਾਂ ਨੂੰ ਰੌਲਾ ਪਾਉਂਦਾ ਸੀ ਕਿ ਇਹਦਾ ਅਸਰ ਬੁਰਾ ਪੈਣਾ ਇਸ ਗੱਲ ਦਾ। ਤੁਸੀਂ ਭੱਜੇ ਤਾਂ ਜਾ ਰਹੇ ਹੋ, ਪੂਰਾ ਬੁਰਾ ਅਸਰ ਪੈਣਾ ਇਸ ਗੱਲ ਦਾ। ਸਿੱਖੀ ਨੂੰ ਢਾਹ ਲੱਗਦੀ ਇਸ ਗੱਲ ਦੇ ਨਾਲ। ਉਹਦਾ ਨਤੀਜਾ ਕੀ ਨਿਕਲਿਆ? ਆ ਪਿਛਲੇ ਮਹੀਨੇ ਸੰਗਰਾਂਦ ਨੂੰ ਹੀ ਇੱਕ ਪ੍ਰੇਮੀ 2-4 ਨਾਲ ਹੋਰ ਉਹਦੇ ਮੁਕੰਦਪੁਰ ਤੋਂ ਆਇਆ। ਮੁਕੰਦਪੁਰ ਆਪਣੇ ਕੋਲ ਹੀ ਆ। ਕਹਿਣ ਲੱਗਾ ਮਹਾਰਾਜ ਸੰਗਰਾਂਦ ਦਾ ਸਮਾਗਮ ਰੱਖਣਾ ਤੇ ਕਿਰਪਾ ਕਰਕੇ ਤੁਸੀਂ ਵੀ ਦਰਸ਼ਨ ਦਿਓ। ਮਾਂ ਵੀ ਇਸ ਕਿਤੇ ਜਾਂਦੇ ਨਹੀਂ, ਇੱਕ ਮੈਂ ਬਿਮਾਰ ਹਾਂ। ਮਾਂ ਕਿਉਂ? ਕਹਿਣ ਲੱਗਾ ਮਹਾਰਾਜ ਦੇ ਦਰਸ਼ਨ ਹੋਏ ਆ, ਮਹਾਰਾਜ ਦਾ ਹੁਕਮ ਹੋਇਆ। ਮਾਂ ਕੀ ਹੁਕਮ ਹੋਇਆ? ਕਹਿਣ ਲੱਗਾ ਅੱਜ ਮੇਰੇ ਘਰ ਵਾਲੀ ਨੂੰ ਦਰਸ਼ਨ ਹੋਇਆ ਕਲਗੀਧਰ ਦੇ, ਤੇ ਬਚਨ ਕੀਤਾ ਉਹਨਾਂ ਨੇ, ਲਿਖਾਏ ਆ ਬਚਨ। ਇੱਕ ਤਾਂ ਸੱਚਖੰਡ ਬਣਾਉਣਾ, ਦੂਜਾ ਸਰੋਵਰ ਬਣਾਉਣਾ ਜਿਹਦੇ ਵਿੱਚ ਲੋਕਾਂ ਦੇ ਦੁੱਖ ਦੂਰ ਹੋਣਗੇ, ਤੇ ਸੰਗਰਾਂਦ ਨੂੰ ਸੰਤ ਸਮਾਗਮ ਕਰਨਾ। ਇਹ ਬਚਨ ਲਿਖਾਇਆ। ਬਾਕੀ ਆਉਣਗੇ ਦੁਬਾਰਾ ਫੇਰ ਲਿਖਾਉਣਗੇ, ਦੁਬਾਰਾ ਆਉਣਗੇ ਜੀ। ਤੇ ਉਹ ਪਤਾ ਨਹੀਂ ਦੁਬਾਰਾ ਆਏ ਕਿ ਨਾ ਆਏ, ਮੁੜ ਕੇ ਮੈਨੂੰ ਤਾਂ ਪਤਾ ਨਹੀਂ। ਇਹ ਆਪਣੇ ਮੁਕੰਦਪੁਰ ਦੀ ਗੱਲ ਆ। ਤੇ 10 ਪਾਤਸ਼ਾਹ ਨੇ ਹੁਣ ਪ੍ਰਗਟ ਮਾਈਆਂ 'ਚ ਹੋਣਾ, ਪਿੰਡਾਂ ਪਿੰਡਾਂ 'ਚ। ਇਹ ਹੁਣ ਤੁਸੀਂ ਤਿਆਰ ਹੋ ਜਾਓ ਦਰਸ਼ਨ ਕਰਨ ਵਾਸਤੇ, ਕਿਉਂ ਮੁੱਕਣ ਵਾਲੀ ਤਾਂ ਗੱਲ ਹੈ ਨਹੀਂ। ਕਿਸੇ ਨੂੰ 6ਵੇਂ ਪਾਤਸ਼ਾਹ ਦੋਗੇ, ਕਿਸੇ ਨੂੰ 10ਵੇਂ ਪਾਤਸ਼ਾਹ ਨੇ ਬਚਨ ਲਿਖਾਤੇ, ਬਾਕੀ 9 ਪਾਤਸ਼ਾਹ ਹੋਰ ਪਈਆਂ, 8 ਪਾਤਸ਼ਾਹੀਆਂ। ਇਹ 5 ਪਿਆਰੇ ਵੀ ਆ, 4 ਸਾਹਿਬਜ਼ਾਦੇ ਵੀ ਆ। ਅੱਗੇ ਹੋਰ ਸ਼ਹੀਦ ਸਿੰਘ ਚੱਲ ਪੈਣਗੇ, ਬਾਬਾ ਦੀਪ ਸਿੰਘ, ਬਾਬਾ ਮਨੀ ਸਿੰਘ ਜੀ ਵਰਗੇ, ਹੋਰ ਦਰਸ਼ਨ ਦੇਣਗੇ। ਮੁੱਕਣ ਵਾਲੀ ਗੱਲ ਹੈ ਨਹੀਂ। ਤੇ ਤੁਸੀਂ ਤਿਆਰ ਰਿਹਾ ਕਰੋ ਫਿਰ, ਇਹ ਕੰਮ ਹੁਣ ਤਿਆਰ ਹੋ ਜਾਓ। ਕਿਉਂ? ਪਖੰਡੀ ਗੜੀ ਚੱਲ ਪਈ ਨਾ, ਤੇ ਇਤਨੇ ਲੋਕਾਂ ਦੇ ਮਨ ਟਿਕਾ ਨਹੀਂ ਨਾ। ਜੇ ਟਿਕਾ ਹੋਵੇ, ਸਿਮਰਨ ਵਿੱਚ ਜੁੜੇ ਹੋ, ਤੇ ਕਦੇ ਤੁਸੀਂ ਇਹੋ ਜਿਹੀਆਂ ਸੁਪਨੇ ਗੱਲਾਂ ਤੇ ਭਰੋਸਾ ਨਾ ਕਰੋ। ਧੂੜਕੋਟ ਜਿੱਥੇ ਪੜ੍ਹਦਾ ਹੁੰਦਾ ਸੰਤਾਂ ਕੋਲੇ, ਉੱਥੇ ਇੱਕ ਮਾਤਾ ਆਰਾਮ ਕਰੋ ਦਾ ਨਾਂ, ਉਹਨੂੰ ਸੁਪਨਿਆਂ ਵਾਲੀ ਮਾਈ ਕਹਿੰਦੇ। ਉਹਨੇ ਰੋਜ਼ ਦਾ ਸੁਪਨਾ ਕੀ ਸੁਣਾ? ਮਹਾਰਾਜ ਅੱਜ ਮੈਨੂੰ ਸੁਪਨਾ ਆਏ ਸੀ, ਗੁਰੂ ਨਾਨਕ ਸਾਡਾ ਹਲਵਾ ਰਿਹਾ ਸੀ। ਗੁਰੂ ਨਾਨਕ ਤੇ ਘਰਦਿਆਂ ਨੂੰ ਕਹਿੰਦੀ ਆਪਣੀ ਫਸਲ ਬਹੁਤ ਹੋਣੀ ਆ, ਅੱਜ ਗੁਰੂ ਨਾਨਕ ਨੇ ਆਪਣੀ ਫਸਲ ਬੀਜੀ ਆ, ਕਣਕ ਬੀਜੀ ਆ। ਉਹ ਸੁਪਨਿਆਂ ਵਾਲੀ ਮਾਈ ਸੀ, ਰੋਜ਼ ਸੁਪਨਾ ਕੋਈ ਸੁਖਾਉਣਾ ਖਾਣਾ। ਅੱਜ ਮੈਨੂੰ ਕਲਗੀਧਰ ਦੇ ਦਰਸ਼ਨ ਹੋਏ ਆ, ਅੱਜ ਮੇਰੇ ਨਾਲ ਆ ਬਚਨ ਹੋਇਆ। ਇਹੋ ਜਿਹੇ ਮਾਈਆਂ ਨੂੰ ਹੀ ਸੁਪਨੇ ਆਉਂਦੇ ਆ, ਤੇ ਭਾਈਆਂ ਨੇ ਤਾਂ ਕਦੇ ਕਿਹਾ ਨਹੀਂ ਵੀ ਸਾਨੂੰ ਹੋਇਆ। ਪਤਾ ਨਹੀਂ ਮਾਈਆਂ ਦੇ ਨੇ ਬਹੁਤਾ ਨੇੜੇ ਆ। ਤੇ ਆਓ ਸਾਧ ਸੰਗਤ, ਇਹੋ ਜਿਹੇ ਪਖੰਡ ਤੋਂ ਬਚੋ। ਪਖੰਡ ਦਾ ਯੁੱਗ, ਮੈਂ ਤਾਂ ਉਦੋਂ ਦਾ ਰੌਲਾ ਪਾਉਣਾ। ਜੇ ਤੁਸੀਂ ਅੱਜ ਇਹੋ ਜਿਹੇ ਪਖੰਡ 'ਚ ਫਸ ਕੇ, ਕੱਲ੍ਹ ਨੂੰ ਕਿਸੇ ਨੇ 10ਵੇਂ ਪਾਤਸ਼ਾਹ ਦਾ ਅਵਤਾਰ ਬਣ ਕੇ ਬਹਿ ਜਾਣਾ ਵੀ ਮੈਂ ਕਲਗੀਧਰ ਦਾ ਅਵਤਾਰ ਹਾਂ। ਹੋਰ ਤਾਂ ਕੀ ਗੱਲ ਆ? ਕਿਉਂ ਤੁਸੀਂ ਪਖੰਡ ਦੇ ਵਿੱਚ ਫਸਦੇ ਹੋ? ਐਵੇਂ ਮਾੜੀ ਜਿਹੀ ਗੱਲ ਉੱਡਦੀ ਆ, ਭੱਜਣੇ ਦੇ ਡੋੜੇ ਲਾ ਕੇ। ਇਤਨਾ ਚਿਰ ਮਹਾਂਪੁਰਖਾਂ ਨੇ ਤਪ ਕੀਤਾ। ਕਦੇ ਉਹਨਾਂ ਨੇ ਆਪਣੇ ਜਨਮ ਦੀ ਗੱਲ ਵੀ ਦੱਸੀ ਵੀ ਅਸੀਂ ਛੋਟੇ ਹੁੰਦੇ ਆ ਕਰਦੇ ਆ ਪੜ੍ਹਦੇ ਸੀ ਬਿਨਾਂ ਬਾਣੀ ਤੋਂ। ਹੁਣ ਤੱਕ ਪੁਰਾਣੇ ਮਹਾਂਪੁਰਖਾਂ ਦੇ ਸੇਵਕ ਆ, ਕੋਈ ਬਚਨ ਸੁਣਿਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ? ਉਹਨਾਂ ਨੇ ਕਦੇ ਆਪਣੇ ਬਚਨ ਦੱਸੇ ਨੇ ਵੀ ਇੰਨਾ ਤਪ ਕਰਦੇ ਇੰਨਾ? ਕੋਈ ਪ੍ਰੇਮੀ ਉਹਦੇ ਉਤਸ਼ਾਹ ਵਾਸਤੇ ਬਚਨ ਕਰਿਆ ਕਰਦੇ ਸੀ, ਜਿਹਨੂੰ ਲੱਗਣ ਲੱਗੇ ਉਹਨੂੰ ਕਰਿਆ ਕਰਦੇ। ਮੈਂ ਇਸ ਦਾ ਇੰਨਾ ਨਿਤਨੇਮ ਕਰਿਆ ਕਰਦੇ ਸੀ, ਫੇਰ ਵੀ ਥੋੜਾ ਸੀ, ਇੰਨਾ ਕਰਕੇ ਵੀ। ਤੇ ਤੇਰੀ ਹਿੰਮਤ ਅਜ ਨਾ ਕਰ ਸਕਦਾ। ਉਹ ਪ੍ਰੇਮੀ ਦੇ ਨਾਲ ਗੱਲ ਕਰਦੇ, ਜਿਹੜਾ ਕੋਈ ਭਜਨ ਬਾਰੇ ਪੁੱਛਦਾ। ਤੇ ਫਿਰ ਦੱਸਦੇ, ਕਹਿਣ ਲੱਗੇ ਤੇ ਇੰਨੀ ਮਿਹਨਤ ਕਰਦੇ ਸੀ, ਐਵੇਂ ਸਮਝਦੇ ਵੀ ਅਜੇ ਵੀ ਥੋੜਾ ਹੋਰ ਕਰੀਏ। ਤੇ ਇਹੋ ਜਿਹੀਆਂ ਕਮਾਈਆਂ ਕੀਤੀਆਂ ਹੋਈਆਂ, ਸਾਰੀ ਜ਼ਿੰਦਗੀ ਇੱਕ ਰਸ
ਇਹ ਸਿਆਸਤ ਦੀ ਅੱਗ ਤੋਂ ਬਚ ਕਰਕੇ ਇੱਕ ਰਸ ਜਿਨ੍ਹਾਂ ਨੇ ਕਲਗੀਧਰ ਦੇ ਚਰਨਾਂ 'ਚ ਹਜ਼ਾਰਾਂ ਲੱਖਾਂ ਆਦਮੀ ਭੜਕਦੇ ਭੁੱਲੇ ਹੋਏ ਬਾਬੇ ਦੇ ਲੜ ਲਾ ਕੇ ਆਪ ਸੱਚਖੰਡ ਦੇ ਵਿੱਚ ਜਾ ਪਹੁੰਚੇ ਹਨ। महापुरुष मरते नहीं, संत भगत प्रसिद्ध होते इधरों चढ़ जाते इधर छिप जाते हैं। महापुरुष सूर्य के समान होंगे, सूर्य इधर चढ़ जाता इधर छिप जाता, छिपता नहीं। इस तरह महापुरुष इधर छिप जाते इधर चढ़ जाते, कितने होर जाके प्रगट हो जाते। ड्यूटी होंगी इन्हों की, एक कारक अवतार होंगे। जे शरीर करके लोप हो जाते हैं किते ना किते फिर प्रगट हो जाते हैं। इन्हों की ड्यूटी होया करती जिन्ना चिर दुनिया अड अड गति मनी आ। कारक महापुरखों की बहुत वड्डी परारब्ध होंगी है। शरीर बदलते सिर्फ जाओ वो कारक महापुरख सन, दुनिया के रहबर सन, जिन्हों ने एक रस अपनी जिंदगी सिमरन तो बिना दूजी तीजी गल ही कोई नहीं उन्होंने की। बस यह ही वाधा सी। जिहड़ा सेवादार उन्होंने कोले भोरे में रहिंदे उन्होंने नाल भी बिना टाइम तो बचन नहीं सी करते। होर तां करना ही की उन्होंने, भाव व्यर्थ समा नहीं सी पाउंदे गल्लां दे विच। बस यहो जिंदगी सारी इस तरह लगा हर बच्चे जोड़ा करना एक गल दो गल्लां टाइम से करनियां ते साडे मूँह व्यर्थ नहीं सी सारा दिन बोली जाते। इहो ही महापुरखों में वाधा हुंदा। साडे विच महापुरखों 'च फर्क की है, उन्हां दा स्वास स्वास जिहड़ा सिमरन विच लंघदा है, साडा हर समा गल्लां विच लंघदा है। तो आओ मेरे को माइयां बहुत माला बना के रखियां भरियां भइयां अड्डे झोले, पर हुण फेरन वाला कोई नहीं मिलता। कोई माला फेरन वाला नहीं, दुखों दी पन्ना दा खोलदियां आके। ते जे किसी नूं कहिए मां माला फेर लिया कर माता 5 माला 6 माला, कित्थे फिरदे सातों पापियां तो। फिर पापे तो माला फेर महीने फेर लिया कर, कहंदे कित्थे जी फिरदियां। मज गल्लां करनियां फिर सारा दिन नहीं मुकदियां। जे तुसीं हिम्मत करो तो साडे ते गुरु कृपा करे। माला मेरे को बहुत पईयां, छोटे महाराज की बरसी तक वध तो वध करो। नाल नितनेम दा जन्म सफला होवे। बाकी समा लेखे दे विच ठंड उत्तर आ रही, महीने लंघ रहे गर्मी दे, ते अस्सू दा महीना, कत्ते दा महीना, मग्घर दा, पोह दा, चढ़दे साल महापुरखों की बरसी है छोटे महाराज की, जिदन ज्योति जो समाए हैं। उन्ने दिन तक तुसीं वध तो वध माला जिन्नी भी कोई माई कोई भाई फेर सकदा। कोई 5 माला फेरो, कोई 6 माला फेरो, कोई 32 माला फेरो। 32 माला रोज़ दियां फेरे 1.25 लाख पाठ हो जाता सवा महीने दे विच। ते वध तो वध ही परिणी फेरन वाले हैं। ये तुसीं जे माला लो तो छोटे महाराज की बरसी तक नितनेम निभाओ। लिख लिया करो अज इन्ना हो गया। बन्नण दे नाल नितनेम बनदा। जद इन्ना फिकर आ मेरियां माला रहिंदियां वो गल्लां नहीं फिकरू, उसदा ख्याल सिमरन विच मेरियां माला इन्नियां रह गईयां। माला बन्नो 5 माला रोज़ दियां, 6 माला, 20 माला, 25 माला, 30 माला, 40, 50, 100 जिन्नी भी कोई कर सकदा वध तो वध उन्ना ही समा लाओ। वो लेखे विच तो हुण अज अपना पहले राड़ा साहब बरसी दे 8 या 10 दीवान होंदे, पर समय ने गेड़ा खाधा। प्रबंधकों के हथ जा जो गल आई 2 दिन ही करते उन्होंने अपने सुख दे मारिया ने। फिर वही दीवान अपने सत्संग के इलाके दे इत्थे संगत रखण लग पई। ते बस गल तो सारी उही आ, उही दीवान इत्थे आ ते कल तो उत्थे शुरू हो जाना 2 दिन 24 ते 25। ये हुण ख्याल रखना सारिया संगतां ने हुम हुमा के महापुरखों की मिठी याद मनाउण वास्ते राड़ा साहब 2 दिन पहुँचना है। परसों सारी रात 26 वाली सारी रात कीर्तन होना रहन सवाई। बड़े महापुरख आउणगे, बाहरों संगत नूं बचन सुणाउणगे, महापुरखों के बचन सुणाउणगे, सारी संगत ने सुनने हैं। त्या हुण महापुरख की याद में जिहड़ा समा लंघी वो सफला है। घड़ियां पवित्र हैं जो हरि जस करदियां लंघदियां हैं। और संगत ने बड़ी हिम्मत की, गर्मी बड़ी पैंदी सी पर कोई परवाह नहीं की। गर्मी के आके हरि जस सरवण किया है। महाराज कृपा करन, सारे सेवादारों की सेवा, सारे संगत की हाजरी लेखे लगे ते समत बख्शे, गुरमत नूं धारण करिए। बाणी पढ़न लगी है तो हम सारे गुरु सूत्र बोलो अरदास से जुड़ना है। फिर हुक्मनामा सुन के अरदास तो बाद दे के लंगर दे विच चली जानी, क्योंकि लंगर विच प्रसाद बनया होया उहदे विच सारा रलाया जाना। ਉਹੋ ही टाइम फिर संगत प्रसादा छक लैनी। इस करके उत्थे ही रल जाना सारे प्रसादे।
ਤੇ ਸੰਗਤਾਂ ਸਾਰੀਆਂ ਨੇ ਜਿੱਥੇ ਦੱਸਣਗੇ ਉੱਥੇ ਬੈਠ ਕੇ ਜਲ ਪਾਣੀ ਛਕ ਕੇ ਪ੍ਰਸ਼ਾਦਾ ਛਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਹੈ। ਤੇ ਕੱਲ੍ਹ ਨੂੰ ਪਰਸੋਂ 2 ਦਿਨ ਆਪਣੇ ਰਾੜੇ ਸਾਹਿਬ ਹਾਜ਼ਰੀ ਲਾਉਣੀ ਆ। ਇਹ ਖਿਆਲ ਰੱਖਣਾ। ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਨਾਨਕ ਸਾਹਿਬ ਧੰਨ ਧੰਨ ਹੈ ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਧੰਨ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਜੀ ਧੰਨ ਗੁਰੂ ਅਰਜਨ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਧੰਨ ਧੰਨ ਗੁਰੂ ਸ੍ਰੀ ਹਰਿ ਰਾਏ ਜੀ ਧੰਨ ਗੁਰੂ ਸ੍ਰੀ ਹਰਿ ਰਾਏ ਜੀ ਧੰਨ ਜੀ ਧੰਨ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਧੰਨ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਧੰਨ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਜੀ ਧੰਨ ਤੇਰਾ ਗ੍ਰੰਥ ਖਾਲਸਾ ਧੰਨ ਤੇਰਾ ਗ੍ਰੰਥ ਖਾਲਸਾ ਧੰਨ ਧੰਨ ਸ੍ਰੀ ਸਾਧ ਸੰਗਤ ਜੀ ਧੰਨ ਸ੍ਰੀ ਸਾਧ ਸੰਗਤ ਜੀ ਧੰਨ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ 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 ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲੋ, ਸਤਨਾਮ ਸ੍ਰੀ ਵਾਹਿਗੁਰੂ ਬੋਲੋ।